मैं तो यह गल कहूँगा कि लखीमपुर खीरी दे विच जो होया ਇਹ ਉਹਦੇ ਨਾਲੋਂ ਜ਼ਿਆਦਾ ਨਵਜੋਤ ਸਿੱਧੂ ਆਪਦੇ ਆਪ ਨੂੰ ਅਸਤਿਤਵ ਨੂੰ ਬਚਾਉਣ ਦੀ ਲੜਾਈ ਇਹ ਮੈਨੂੰ ਜ਼ਿਆਦਾ ਲੱਗ ਰਹੀ ਹੈ। ਤੁਸੀਂ ਇੱਕ ਸਰਕਾਰ ਦੇ ਵਿੱਚੋਂ ਤੁਸੀਂ ਸਰਕਾਰ ਤੋਂ ਸਰਕਾਰ ਟਾਪ ਕਰੋ, ਤੁਸੀਂ ਸੀਐਮ ਸਾਹਿਬ ਦੇ ਥਰੂ ਉੱਥੇ ਪ੍ਰੈਸ਼ਰ ਪਾਓ, ਉੱਥੇ ਇਨਸਾਫ ਦਿਵਾਓ, ਪਰ ਅਗਰ ਤੁਸੀਂ ਆਪ ਦੀ ਲੜਾਈ ਲੜਨ ਦੇ ਚੱਕਰ ਦੇ ਵਿੱਚ ਉੱਥੇ ਇਸ ਤਰੀਕੇ ਦਾ ਕਰ ਰਹੇ ਹੋ ਤਾਂ ਇਹਦੇ ਨਾਲ ਉਹ ਲੋਕਾਂ ਨੂੰ ਇਨਸਾਫ ਮੈਨੂੰ ਨਹੀਂ ਲੱਗਦਾ ਤੁਸੀਂ ਦਿਵਾ ਸਕਦੇ ਹੋ। ਲਖੀਮਪੁਰ ਖੇੜੀ ਦੀ ਘਟਨਾ ਵਾਪਰੀ ਹੈ, ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ, ਕਿਉਂਕਿ ਉਸੇ ਦਿਨ ਉੱਥੇ ਘਟਨਾ ਵਾਪਰਦੀ ਹੈ। ਉਸੇ ਦਿਨ ਹਰਿਆਣਾ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕਹਿੰਦਾ ਹੈ ਕਿ ਤੁਸੀਂ 500 700 ਬੰਦਾ ਇਕੱਠਾ ਕਰੋ, ਉਹਨਾਂ ਨੂੰ ਡਾਂਗਾਂ ਫੜਾਓ। ਜਿਹੜੇ ਸੰਵਿਧਾਨ ਦੀ ਸਹੁੰ ਇਹਨਾਂ ਨੇ ਚੱਕੀ ਹੈ, ਇਹਦੇ ਵਾਸਤੇ ਕਲੇਰ ਸਾਹਿਬ ਜ਼ਿਆਦਾ ਕਲੀਅਰ ਕਰ ਦੇਣਗੇ ਕਿ ਇਹ ਸੰਵਿਧਾਨ ਸਾਨੂੰ ਆਗਿਆ ਦਿੰਦਾ ਕਿ ਡਾਂਗਾ ਚੱਕ ਕੇ ਕਿਸੇ ਦੇ ਸਿਰ ਭੰਨ ਦਿਓ। ਜਿਹੜੇ ਕਾਲੇ ਕਾਨੂੰਨ ਨੇ, ਇਹਨਾਂ ਕਾਨੂੰਨਾਂ ਨੂੰ ਜੇ ਕੋਈ ਵਾਪਸ ਕਰਾਉਣਾ ਚਾਹਵੇ ਤਾਂ ਸਭ ਤੋਂ ਜਿਹੜੇ ਸਮਰੱਥ ਜੇ ਕੋਈ ਵਿਅਕਤੀ ਹੈ ਤਾਂ ਉਸ ਦਾ ਨਾਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ। ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦਾ ਇਹਨਾਂ ਦੇ ਉਹ ਜਿਹੜੇ ਸ਼ਬਦ ਨੇ ਉਹ ਸਾਰਿਆਂ ਨੂੰ ਯਾਦ ਨੇ ਕਿ ਇਹਨਾਂ ਦਾ ਬਹੁਤ ਇਹ ਕਹਿੰਦੇ ਹੁੰਦੇ ਸੀ ਸਾਡਾ ਨੌ ਤੇ ਮਾਸ ਵਾਲਾ ਰਿਸ਼ਤਾ ਹੈ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਲਖੀਮਪੁਰ ਖੀਰੀ ਕਿਸਾਨੀ ਹਿੱਤਾਂ ਦੇ ਲਈ ਸੰਘਰਸ਼ ਕਰ ਰਹੇ ਸ਼ਾਂਤਮਈ ਕਿਸਾਨਾਂ ਤੇ ਜਿਸ ਢੰਗ ਨਾਲ ਹਾਕਮਦਰ ਭਾਜਪਾ ਦੇ ਆਗੂਆਂ ਵੱਲੋਂ ਗੱਡੀਆਂ ਚੜਾ ਕੇ ਉਹਨਾਂ ਦੇ ਖੂਨ ਨਾਲ ਹੋਲੀ ਖੇਡੀ ਗਈ ਹੈ, ਉਸ ਨੂੰ ਲੈ ਕੇ ਗੁੱਸੇ ਦੀ ਇੱਕ ਵਿਆਪਕ ਲਹਿਰ ਪੂਰੇ ਮੁਲਕ ਦੇ ਅੰਦਰ ਫੈਲੀ ਹੋਈ ਹੈ। ਜਿੱਥੇ ਤੱਕ ਸਵਾਲ ਹੈ ਇਸ ਮੁੱਦੇ ਤੇ ਜਿਹੜੇ ਦੋਸ਼ੀ ਸਮਝੇ ਜਾਂਦੇ ਆ, ਜਿਨ੍ਹਾਂ ਦੇ ਨਾਂ ਆ ਰਹੇ ਹੈ, ਉਹਨਾਂ 'ਚ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ, ਉਹਨਾਂ ਦੇ ਬੇਟੇ ਆਸ਼ੀਸ਼ ਮਿਸ਼ਰਾ। ਨਾ ਤਾਂ ਮੰਤਰੀ ਮੰਡਲ ਤੋਂ ਮਿਸ਼ਰਾ ਨੇ ਅਜੇ ਤੱਕ ਅਸਤੀਫਾ ਦਿੱਤਾ, ਜਿਹੜੀ ਬਹੁਤ ਵੱਡੀ ਮੰਗ ਹੈ। FIR ਦਰਜ ਹੋਣ ਦੇ ਬਾਵਜੂਦ ਅਜੇ ਤੱਕ ਵੀ ਉਹਨਾਂ ਦੇ ਬੇਟੇ ਮਿਸ਼ਰਾ ਨੂੰ ਗ੍ਰਿਫਤਾਰ ਨਹੀਂ ਕੀਤਾ। ਇਸੇ ਮੁੱਦੇ ਉੱਤੇ ਲੈ ਕੇ ਪੰਜਾਬ ਕਾਂਗਰਸ ਵੱਲੋਂ ਅੱਜ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਲਖੀਮਪੁਰ ਵੱਲ ਮਾਰਚ ਕੀਤਾ ਗਿਆ। ਤੇ ਜਦੋਂ ਆਪਾਂ ਡਿਬੇਟ ਕਰ ਰਹੇ ਹਾਂ ਤਾਂ ਹਰਿਆਣਾ ਤੇ ਯੂਪੀ ਦੇ ਬਾਰਡਰ ਤੇ ਸੰਘਰਸ਼ ਕਰ ਰਹੇ ਹੈ ਕਾਂਗਰਸ ਦੇ ਵਫਦ ਵਿੱਚ ਸ਼ਾਮਲ ਹੋਏ ਵਰਕਰ ਤੇ ਉਹਨਾਂ ਦੇ ਨੇਤਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਦਿਨ ਪਹਿਲਾਂ ਉੱਥੇ ਜਾ ਕੇ ਵੀ ਆਏ ਹੈ ਤੇ ਅੱਜ ਵੀ ਉਹਨਾਂ ਨੇ ਇਸ ਮੌਕੇ ਦੇ ਉੱਤੇ ਵਫਦ ਦੇ ਨਾਲ ਮਾਰਚ ਦੇ ਨਾਲ ਸਾਥ ਦਿੱਤਾ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਮੁਲਕ ਦੇ ਅੰਦਰ ਕਿਸੇ ਨਾਲ ਬੇਇਨਸਾਫੀ ਹੁੰਦੀ ਹੈ, ਅਨਿਆਂ ਹੁੰਦਾ ਹੈ, ਅਨਿਆਂ ਵੀ ਇੰਨਾ ਵੱਡਾ, ਤਾਂ ਉਹਨਾਂ ਦੀ ਖਾਤਰ ਇਨਸਾਫ ਲੈਣ ਲਈ ਕਿਉਂ ਬੈਰੀਕੇਡ ਤੋੜਨੇ ਪੈਣ, ਕਿਉਂ ਸੰਘਰਸ਼ ਕਰਨਾ ਪਏ। ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ ਚਰਚਾ ਸਾਡੇ ਜਿਹੜੇ ਖਾਸ ਮਹਿਮਾਨ ਇਸ ਵੇਲੇ ਜੁੜੇ ਹੋਏ ਹੈ। ਕਾਂਗਰਸ ਪਾਰਟੀ ਦੇ ਬੁਲਾਰੇ ਨੇ ਰਿੰਪਲ ਮਿੱਡਾ ਜੀ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਅਰਸ਼ਦੀਪ ਸਿੰਘ ਕਲੇਰ, ਸਾਡੇ ਸੀਨੀਅਰ ਜਰਨਲਿਸਟ ਨੇ ਜਸਪਾਲ ਸਿੰਘ ਢਿੱਲੋਂ। ਤਿੰਨੇ ਮਹਿਮਾਨਾਂ ਦਾ ਮੈਂ ਤੁਹਾਡੇ ਸਾਰਿਆਂ ਵੱਲੋਂ ਪੈਨਲ ਤੇ ਆਉਣ ਲਈ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਆਏ ਹੈ ਉਹਨਾਂ ਨੂੰ ਜੀ ਆਇਆਂ ਆਖਦਾ, ਵੈਲਕਮ ਕਰਦਾ। ਮਿੱਡਾ ਜੀ, ਪਹਿਲਾ ਸਵਾਲ ਬਹੁਤ ਵੱਡਾ ਤੇ ਅਹਿਮ ਮੁੱਦਾ ਹੈ। ਪੂਰੇ ਮੁਲਕ ਦੇ ਵਿੱਚ ਹਲਚਲ ਤਾਂ ਹਾਈ ਹੈ, ਪਰ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਕਿਸਾਨੀ ਅੰਦੋਲਨ ਸਾਡੇ ਬੂਹੇ ਤੋਂ ਸ਼ੁਰੂ ਹੋਇਆ, ਸਾਨੂੰ ਸਾਰਿਆਂ ਨਾਲੋਂ ਵਧੇਰੇ ਦਰਦ ਹੈ। ਜਿਸ ਤਰੀਕੇ ਨਾਲ ਲਖੀਮਪੁਰ 'ਚ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਉਹਦੇ ਖਿਲਾਫ ਦੇਸ਼ ਵਿਆਪੀ ਰੋਸ ਵਿਆਪਕ ਲਹਿਰ ਤਾਂ ਹਾਈ ਹੈ। ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ 'ਚ ਅੱਜ ਲਖੀਮਪੁਰ ਨੂੰ ਜਿਸ ਤਰ੍ਹਾਂ ਰਵਾਨਗੀ ਹੋਈ ਹੈ ਤੇ ਉੱਥੇ ਹੁਣ ਉਹ ਜਦੋਜਹਿਦ ਕਰ ਰਹੇ ਹੈ ਪੀੜਤ ਪਰਿਵਾਰਾਂ ਤੱਕ ਮੁਲਾਕਾਤ ਕਰਨ ਲਈ। ਕਿਉਂ ਇਹੋ ਜਿਹੀਆਂ ਪ੍ਰਸਥਿਤੀਆਂ ਇਸ ਮੁਲਕ ਦੇ ਅੰਦਰ ਪੈਦਾ ਹੋ ਰਹੀਆਂ ਕਿ ਨਿਆਂ ਲੈਣ ਲਈ ਬਾਰਡਰਾਂ ਤੇ ਜਾਣਾ ਪਏ, ਬੈਰੀਕੇਡ ਤੋੜਨੇ ਪੈਣ, ਸ਼ਹਾਦਤਾਂ ਦੇਣੀਆਂ ਪੈਣ। ਉਹ ਕਿਸਾਨਾਂ ਦੀ ਸ਼ਹਾਦਤ ਵੀ ਇਸ ਨਿਆਂ ਤੇ ਇਨਸਾਫ ਦੀ ਇੱਕ ਕੜੀ ਦਾ ਹਿੱਸਾ ਹੀ ਹੈ। ਇਤਿਹਾਸ ਕਦੇ ਕਰੇਗਾ ਜ਼ਿਕਰ ਇਸ ਦਾ। ਜੀ ਮਿੱਡਾ ਸਾਹਿਬ। ਸਿੱਧੂ ਸਾਹਿਬ, ਮੈਨੂੰ ਲੱਗਦਾ ਆਪਾਂ ਪਿਛਲੇ 1 ਸਾਲ ਤੋਂ ਹੀ ਪੰਜਾਬ ਦੇ ਜਿਹੜੇ ਕਿਸਾਨ ਨੇ ਔਰ ਉਹ ਕਿਸਾਨ ਆਪਦੇ ਭਵਿੱਖ ਦੇ ਲਈ ਚਿੰਤਤ ਹੁੰਦੇ ਹੋਏ, ਉਹ ਆਪਦੀਆਂ ਆਉਣ ਵਾਲੀਆਂ ਨਸਲਾਂ ਦੇ ਪ੍ਰਤੀ ਗੰਭੀਰ ਹੁੰਦੇ ਹੋਏ, ਉਹ ਜਿਹੜੇ 3 ਕਾਲੇ ਕਾਨੂੰਨ ਸੀ ਉਹਨਾਂ ਦੇ ਵਿਰੁੱਧ ਸੜਕਾਂ ਤੇ ਹੀ ਨਹੀਂ ਉਤਰੇ, ਸਗੋਂ ਉਸ ਤੋਂ ਵੀ ਅੱਗੇ ਜਾ ਕੇ ਉਹਨਾਂ ਨੇ ਦਿੱਲੀ ਦੇ ਵਿੱਚ ਸਮੇਤ ਪਰਿਵਾਰਾਂ ਦੇ
ਆਪਦਾ ਰੋਸ ਸ਼ਾਂਤਮਈ ਤਰੀਕੇ ਨਾਲ ਜਤਾਇਆ ਔਰ ਜਤਾ ਕੇ ਇਹ ਦੱਸਣਾ ਚਾਹਿਆ ਕਿ ਅਸੀਂ ਇਹਨਾਂ ਕਾਲੇ ਕਾਨੂੰਨਾਂ ਦੇ ਹੱਕ 'ਚ ਬਿਲਕੁਲ ਨਹੀਂ ਹਾਂ। ਸਾਨੂੰ ਇਸ ਤਰ੍ਹਾਂ ਦੇ ਕਾਨੂੰਨ ਜਿਹੜੇ ਆ ਸਾਡੇ ਤੇ ਨਾ ਥੋਪੋ ਔਰ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਵਾਪਸ ਲਿਆ ਜਾਵੇ। ਔਰ ਇਹ ਗੱਲ ਕਹਿੰਦੇ ਕਹਿੰਦੇ ਅੱਜ 1 ਸਾਲ ਦਾ ਸਮਾਂ ਹੋ ਗਿਆ, ਪਰ ਜਿਹੜੀ ਹੈ ਇਹ ਸਰਕਾਰ ਨੇ ਜਿਸ ਨੇ ਇੱਕ ਤਾਨਾਸ਼ਾਹੀ ਵਤੀਰਾ ਅਪਣਾਇਆ ਹੋਇਆ ਹੈ, ਜਿਸ ਨੇ ਇੱਕ ਤਰੀਕੇ ਨਾਲ ਜਿਹੜਾ ਕਿਸਾਨਾਂ ਨੂੰ ਟਾਰਗੇਟ ਤੇ ਲਿਆ ਹੋਇਆ ਹੈ, ਜਿਸ ਤਰ੍ਹਾਂ ਉਹਨਾਂ ਨੇ ਜਿਹੜੇ ਕਾਰਪੋਰੇਟਸ ਨੇ ਉਹਨਾਂ ਦਾ ਹੱਥ ਠੋਕਾ ਬਣਨ ਦਾ ਐਲਾਨ ਹੀ ਕਰ ਦਿੱਤਾ ਹੈ। ਔਰ ਉਸ ਤੋਂ ਬਾਅਦ ਜਿਹੜੀਆਂ ਇਹ ਘਟਨਾਵਾਂ ਹੈ ਉਹ 600-700 ਦੇ ਕਰੀਬ ਜਿਹੜੀਆਂ ਜਾਨਾਂ ਚਲੀਆਂ ਗਈਆਂ ਔਰ ਉਸ ਤੋਂ ਆਪਾਂ ਲੜੀਵਾਰ ਅੱਗੇ ਚਲਦੇ ਚਲਦੇ ਚਲੀ ਜਾਈਏ ਤਾਂ ਇੱਕ ਤਰੀਕੇ ਨਾਲ ਕਿਸਾਨਾਂ ਨੂੰ ਇੱਕ ਟਾਰਗੇਟ ਤੇ ਇੱਕ ਨਫ਼ਰਤ ਉਹਨਾਂ ਨੂੰ ਉਹਨਾਂ ਪ੍ਰਤੀ ਕੱਢਣ ਦੇ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਘਿਨਾਉਣੇ ਹੁਣ ਜਿਹੜੇ ਕਾਰੇ ਸ਼ੁਰੂ ਹੋ ਗਏ ਔਰ ਉਸ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ ਕਿ ਅਜੇ ਲਖਮੀਰਪੁਰ ਖੀਰੀ ਦੀ ਜਿਹੜੀ ਉਹ ਘਟਨਾ ਹੈ ਜਿਸ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਇਸ ਤਰੀਕੇ ਆਪਦੀਆਂ ਜਿਹੜੀਆਂ ਵਹੀਕਲਸ ਨਾਲ ਦਰੜਿਆ ਗਿਆ। ਅੱਜ ਫਿਰ 3-4 ਘੰਟੇ ਪਹਿਲਾਂ ਨਾਰਾਇਣਗੜ੍ਹ ਦੇ ਵਿਖੇ ਘਟਨਾ ਦੀ ਸੂਚਨਾ ਮਿਲੀ ਹੈ ਕਿ ਉੱਥੇ ਵੀ ਇਸ ਤਰੀਕੇ ਦਾ ਇੱਕ ਬੀਜੇਪੀ ਦੇ ਨੇਤਾ ਔਰ ਉਸਦੇ ਸਮਰਥਕਾਂ ਵੱਲੋਂ ਗੱਡੀ ਚੜਾਉਣ ਦਾ ਯਤਨ ਕੀਤਾ ਗਿਆ ਹੈ। ਕੁਝ ਉੱਥੇ ਵੀ ਸੱਟਾਂ ਵੱਜੀਆਂ, ਜਿੱਥੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਹ ਜਿਹੜੀ ਸਰਕਾਰ ਹੈ ਇਹ ਸਰਕਾਰ ਇਹ ਆਪਣਾ ਜਿਹੜਾ ਜਿਸ ਤਰ੍ਹਾਂ ਦਾ ਜ਼ਾਲਮਾਨਾ ਤਰੀਕਾ ਉਹ ਅਪਣਾ ਚੁੱਕੀ ਹੈ ਔਰ ਇਹਨਾਂ ਦੇ ਨਾਲ ਜਿਹੜੀ ਹੈ ਲੜਾਈ ਹੁਣ ਬਹੁਤ ਤਿੱਖੀ ਕਰਨੀ ਬਣਦੀ ਹੈ ਔਰ ਇਸ ਦੀ ਕਿਸਾਨਾਂ ਦੀ ਪਿੱਠ ਦੇ ਉੱਤੇ ਸਦਾ ਹੀ ਵੈਸੇ ਤਾਂ ਕਾਂਗਰਸ ਖੜੀ ਰਹੀ ਹੈ, ਪਰ ਲਖਮੀਰਪੁਰ ਖੇੜੀ ਦੀ ਘਟਨਾ ਨੂੰ ਲੈ ਕੇ ਜਿੱਥੇ ਸੈਂਟਰ ਲੀਡਰਸ਼ਿਪ ਸ਼੍ਰੀ ਰਾਹੁਲ ਗਾਂਧੀ ਔਰ ਪ੍ਰਿयंका ਗਾਂਧੀ ਜੀ ਨੇ ਉਸ ਪਰਿਵਾਰ ਦੇ ਨਾਲ ਮਿਲਣ ਦਾ ਯਤਨ ਕੀਤਾ ਔਰ ਬੜਾ ਰੁਕਾਵਟਾਂ ਦੇ ਬਾਵਜੂਦ ਉਹ ਉੱਥੇ ਪਹੁੰਚੇ। ਉੱਥੇ ਹੀ ਸਰਦਾਰ ਨਵਜੋਤ ਸਿੰਘ ਸਿੱਧੂ ਕਿਉਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਔਰ ਉਸ ਦੇ ਨਾਲ ਹੀ ਪੂਰੇ ਪੰਜਾਬ ਜਿਹੜਾ ਹੈ ਉਹ ਤਰਫ ਉੱਠਿਆ ਹੈ ਇਹ ਲਖਮੀਰਪੁਰ ਖੇੜੀ ਦੀ ਘਟਨਾ ਤੋਂ ਔਰ ਅਸੀਂ ਇਹ ਜਿਹੜਾ ਸਾਰੇ ਦਾ ਸਾਰਾ ਮੋਦੀ ਸਰਕਾਰ ਦੇ ਉੱਪਰ ਦਬਾਅ ਉਹਨਾਂ ਨੂੰ ਉਹਨਾਂ ਦੀ ਜਿਹੜੀ ਉਹਨਾਂ ਦੀ ਸਥਿਤੀ ਹੈ ਔਰ ਉਹਨਾਂ ਦੇ ਨੱਕ 'ਚ ਦਮ ਲਿਆਉਣ ਲਈ ਮੈਨੂੰ ਲੱਗਦਾ ਕਿ ਜਿਹੜੀ ਅੱਜ ਕਾਂਗਰਸ ਦੀ ਸੜਕਾਂ ਤੇ ਹੈ ਔਰ ਕਿਸਾਨਾਂ ਦੀ ਭੁੱਖ ਤੇ ਹੈ। ਜੀ ਮਿੱਡਾ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ। ਮਿੱਡਾ ਜੀ ਫੇਰ ਆਵਾਂਗਾ ਇਸ ਮੁੱਦੇ ਤੇ ਵਾਪਸ ਤੁਹਾਡੇ ਵੱਲ। ਕਲੇਰ ਸਾਹਿਬ, ਲੰਬੇ ਸਮੇਂ ਤੋਂ ਤੁਸੀਂ ਵੀ ਕਿਸਾਨੀ ਅੰਦੋਲਨ ਦੇ ਮੁੱਦਿਆਂ ਨਾਲ ਜਿਹੜੇ ਇਸ਼ੂ ਹੁੰਦੇ ਉਹਨਾਂ ਨਾਲ ਜੁੜੇ ਹੋਏ ਹੋ। ਜੋ ਕੁਝ ਲਖੀਮਪੁਰ ਖੀਰੀ 'ਚ ਵਾਪਰਿਆ ਉਹ ਸਭ ਦੇ ਸਾਹਮਣੇ ਹੈ। ਪੰਜਾਬ 'ਚੋਂ ਅੱਜ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਦੇ ਵਿੱਚ ਵੱਡਾ ਕਾਫਲਾ ਗਿਆ ਹੈ ਪ੍ਰੋਟੈਸਟ ਕਰਨ ਲਈ, ਪੀੜਤ ਪਰਿਵਾਰਾਂ ਨੂੰ ਮਿਲਣ ਲਈ। ਇਹ ਸਾਰੀ ਸਥਿਤੀ ਨੂੰ ਕਿਵੇਂ ਦੇਖਦੇ ਹੋ? ਸਿੱਧੂ ਸਾਹਿਬ, ਜੋ ਲਖੀਮਪੁਰ ਖੀਰੀ ਦੇ ਵਿੱਚ ਹੋਇਆ ਉਹ ਬੇਹੱਦ ਅਫਸੋਸਨਾਕ ਹੈ, ਬੇਹੱਦ ਸ਼ਰਮਨਾਕ ਹੈ। ਜਦੋਂ ਸੰਵਾਦ ਦੇ ਰਾਹੀਂ ਕਿਸਾਨਾਂ ਨੂੰ ਕਨਵਿੰਸ ਨਾ ਕਰਾ ਜਾ ਸਕਿਆ, ਜਦੋਂ 13 ਦੌਰ ਦੀ ਮੀਟਿੰਗ ਦੇ ਵਿੱਚ ਬੀਜੇਪੀ ਸਰਕਾਰ ਉਹ ਕਾਨੂੰਨਾਂ ਦੇ ਫਾਇਦੇ ਕਰਾਉਣ ਦੇ ਵਿੱਚ ਫੇਲ ਰਹੀ ਔਰ ਇਹ ਮੰਨਣਾ ਪਿਆ ਕਿ ਕਾਨੂੰਨ ਗਲਤ ਨੇ ਔਰ ਸਾਰਾ ਉਹਨਾਂ ਨੇ ਮੰਨਿਆ ਕਿ ਜੀ ਸਾਰਾ ਡੱਬਾ ਖਾਲੀ ਕਰ ਦਿਓ, ਕੱਲਾ ਬਾਹਰਲਾ ਢਾਂਚਾ ਰਹਿਣ ਦਿਓ, ਤਾਂ ਉਸ ਤੋਂ ਬਾਅਦ ਇਸ ਅੰਦੋਲਨ ਨੂੰ ਕੁਚਲਣ ਲਈ ਜਿਸ ਤਰੀਕੇ ਹਰਿਆਣੇ ਦੇ ਵਿੱਚ ਸਿਰ ਦੇ ਵਿੱਚ ਡਾਂਗਾ ਮਾਰੀਆਂ ਗਈਆਂ ਔਰ ਹੁਣ ਲਖੀਮਪੁਰ ਖੀਰੀ ਦੇ ਵਿੱਚ ਬੰਦਿਆਂ ਦੇ ਉੱਤੇ ਗੱਡੀਆਂ ਚੜਾ ਦੇਣੀਆਂ, ਇਹ ਆਜ਼ਾਦੀ ਤੋਂ ਪਹਿਲਾਂ ਤਾਂ ਸੁਣਦੇ ਸੀ, ਫਿਰ ਆਜ਼ਾਦੀ ਤੋਂ ਬਾਅਦ ਰਾਜੀਵ ਜੀ, ਇੰਦਰਾ ਗਾਂਧੀ ਜੀ ਨੇ ਇਹੋ ਜਿਹਾ ਦੌਰ ਦਿਖਾਇਆ ਔਰ ਹੁਣ ਮੋਦੀ ਸਾਹਿਬ ਵੀ ਬਹੁਤ ਅਫਸੋਸਨਾਕ ਗੱਲ ਹੈ ਕਿ ਉਸੇ ਰਾਹ ਦੇ ਉੱਤੇ ਚੱਲ ਪਏ ਨੇ ਔਰ ਇਹ ਕਿਸਾਨੀ ਅੰਦੋਲਨ ਨੂੰ ਕੁਚਲਣ ਲਈ ਅਗਰ ਬੀਜੇਪੀ ਐਸੀ ਹਥਕੰਡੇ ਅਪਣਾਉਂਦੀ ਹੈ ਤਾਂ ਇੱਕ ਮਾੜੀ ਸੋਚ ਹੈ ਔਰ ਉਹਨਾਂ ਦੇ ਪਤਨ ਦੀ ਨਿਸ਼ਾਨੀ। ਔਰ ਜਿੱਥੇ ਤੱਕ ਗੱਲ ਰਹੀ ਪੰਜਾਬ ਕਾਂਗਰਸ ਦੀ, ਤਾਂ ਮੈਂ ਤਾਂ ਇਹ ਗੱਲ ਕਹੂੰਗਾ ਕਿ ਲਖੀਮਪੁਰ ਖੀਰੀ ਦੇ ਵਿੱਚ ਜੋ ਹੋਇਆ ਇਹ ਉਹਦੇ ਨਾਲੋਂ ਜ਼ਿਆਦਾ ਨਵਜੋਤ ਸਿੱਧੂ ਆਪਦੇ ਆਪ ਨੂੰ ਅਸਤਿਤਵ ਨੂੰ ਬਚਾਉਣ ਦੀ ਲੜਾਈ ਇਹ ਮੈਨੂੰ ਜ਼ਿਆਦਾ ਲੱਗ ਰਹੀ ਹੈ, ਕਿਉਂਕਿ ਦੌੜ ਲੱਗੀ ਹੋਈ ਹੈ ਚੰਨੀ ਸਾਹਿਬ, ਸੁੱਖੀ ਰੰਧਾਵਾ, ਹੁਣ ਨਵਜੋਤ ਸਿੱਧੂ। ਐਸੇ ਤਰ੍ਹਾਂ ਦੇ ਇਕੱਠ ਕੱਢਣੇ, ਮਾਰਚ ਕੱਢਣੇ, ਮੈਂ ਨਹੀਂ ਸਮਝਦਾ। ਤੁਸੀਂ ਇੱਕ ਸਰਕਾਰ ਦੇ ਵਿੱਚੋਂ ਤੁਸੀਂ ਸਰਕਾਰ ਟੂ ਸਰਕਾਰ ਟਾਕ ਕਰੋ, ਤੁਸੀਂ ਸੀਐਮ ਸਾਹਿਬ ਦੇ ਥਰੂ ਉੱਥੇ ਪ੍ਰੈਸ਼ਰ ਪਾਓ, ਉੱਥੇ ਇਨਸਾਫ ਦਿਵਾਓ, ਪਰ ਅਗਰ ਤੁਸੀਂ ਆਪ ਦੀ ਲੜਾਈ ਲੜਨ ਦੇ ਚੱਕਰ ਦੇ ਵਿੱਚ ਉੱਥੇ ਇਸ ਤਰੀਕੇ ਦਾ ਕਰ ਰਹੇ ਹੋ ਤਾਂ ਇਹਦੇ ਨਾਲ ਉਹ ਲੋਕਾਂ ਨੂੰ ਇਨਸਾਫ ਮੈਨੂੰ ਨਹੀਂ ਲੱਗਦਾ ਤੁਸੀਂ ਦਵਾ ਸਕਦੇ ਹੋ। ਜ਼ਿਆਦਾ ਤਾਂ ਇਹ ਪ੍ਰਿयंका ਗਾਂਧੀ ਦਾ ਬਦਲਾ ਲੈਣ ਲਈ ਅੱਜ ਦਾ ਮਾਰਚ ਮੈਨੂੰ ਲੱਗਦਾ ਨਵਜੋਤ ਸਿੱਧੂ ਨੇ ਕੱਢਿਆ। ਔਰ ਮੈਂ ਨਵਜੋਤ ਸਿੱਧੂ ਜੀ ਨੂੰ ਇੱਕ ਗੱਲ ਪੁੱਛਦਾ ਕਿ ਇਹ ਲਖੀਮਪੁਰ ਖੀਰੀ ਵਾਲੀ ਤੁਸੀਂ ਕਰ ਰਹੇ ਹੋ, ਬਹੁਤ ਚੰਗੀ ਗੱਲ ਹੈ, ਕਿਸਾਨਾਂ ਦੇ ਹੱਕ ਦੀ ਆਵਾਜ਼ ਚੱਕ ਰਹੇ ਹੋ,
1 ਮਾਰਚ ਉਹ 100 ਜਿਹੜਾ ਬੇਦੋਸ਼ਾ ਬੇਗੁਨਾਹ ਲੋਕ ਉੱਥੇ ਅੰਮ੍ਰਿਤਸਰ ਜੋੜੇ ਫਾਟਕਾਂ ਤੇ ਮਾਰੇ ਗਏ, ਉਹਨਾਂ ਦੇ ਲਈ ਵੀ ਕੱਢੋ। ਰਾਜਾ ਵੜਿੰਗ ਜੀ ਨੂੰ ਕਹਿਣਾ ਜਿਹੜੇ ਜੀ ਕਲੇਸ਼ ਜੀ ਮੈਂ ਕਲੇਸ਼ ਜੀ ਮੇਰੀ ਕਲੇਸ਼ ਜੀ ਪਰਿਵਾਰ ਮਾਰਿਆ ਗਿਆ ਉਹਦੀ ਵੀ ਗੱਲ ਕਰੋ। ਸੋ ਕਿਤੇ ਨਾ ਕਿਤੇ ਰਾਜਨੀਤੀ ਜ਼ਿਆਦਾ ਲੱਗ ਰਹੀ ਹੈ ਕਿਸਾਨਾਂ ਦੀ ਮਦਦ ਕਰਨ ਦੀ, ਮੈਨੂੰ ਲੱਗਦਾ ਕਾਂਗਰਸ ਦੇ ਵਿੱਚ, ਕਿਉਂਕਿ ਨਵਜੋਤ ਸਿੱਧੂ ਨੂੰ ਇੱਕ ਪਲੇਟਫਾਰਮ ਚਾਹੀਦਾ ਸੀ ਆਪਣਾ ਅਸਤੀਫਾ ਵਾਪਸ ਲੈਣ ਲਈ। ਇਹ ਉਹ ਕਵਾਇਦ ਮੈਨੂੰ ਜ਼ਿਆਦਾ ਲੱਗ ਰਹੀ। ਓਕੇ ਕਲੇਸ਼ ਜੀ, ਮਿਹਰਬਾਨੀ। ਮੇਰੀ ਆਪਣੇ ਮਹਿਮਾਨਾਂ ਨੂੰ ਬੇਨਤੀ ਹੈ ਕਿ ਇਸ ਮੁੱਦੇ ਤੇ ਖੁੱਲ੍ਹ ਕੇ ਚਰਚਾ ਕੀਤੀ ਜਾਵੇ, ਆਪਣਾ ਆਪਣਾ ਵਿਊ ਪੁਆਇੰਟ ਰੱਖਿਆ ਜਾਵੇ, ਪਰ ਆਪਾਂ ਕੋਸ਼ਿਸ਼ ਕਰੀਏ ਕਿ ਜਿਹੜੀ ਬਹਿਸ ਹੈ ਇਸੇ ਮੁੱਦੇ ਦੇ ਉੱਤੇ ਹੀ ਕੇਂਦਰਿਤ ਰਹੇ। ਮੁੱਦੇ ਬਹੁਤ ਸਾਰੇ, ਆਪਾਂ ਫਿਰ ਵੀ ਉਹਨਾਂ ਬਾਰੇ ਕਦੇ ਚਰਚਾ ਕਰ ਸਕਦੇ ਹਾਂ। ਮਿੱਠਾ ਜੀ, ਮੈਂ ਤੁਹਾਡੇ ਵੱਲ ਆ ਰਿਹਾ ਆਨਾ ਮੈਂ ਤੁਹਾਡੇ ਵੱਲ। ਪਹਿਲਾਂ ਜਸਪਾਲ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ। ਜਸਪਾਲ ਜੀ, ਸਵਾਲ ਇੱਕੋ ਹੀ ਹੈ, ਲਖਮੀਰਪੁਰ ਖੀਰੀ ਜੋ ਕੁਝ ਵਾਪਰਿਆ, ਭਾਜਪਾ ਨੇ ਜੋ ਕੁਝ ਵਰਤਾਰਾ, ਉਹ ਸਾਰਿਆਂ ਦੇ ਸਾਹਮਣੇ ਹੈ। ਨਵਜੋਤ ਸਿੱਧੂ ਦਾ ਮਾਮਲਾ ਵੀ ਹੈ। ਦੂਜੇ ਪਾਸੇ ਅਕਾਲੀ ਦਲ ਜਿਹੜਾ ਹੈਗਾ ਇਸ ਗੱਲ ਦੀ ਤਾਂ ਨਿਖੇਧੀ ਕਰਦੇ ਕਿ ਬਹੁਤ ਮਾੜਾ ਹੋਇਆ, ਪਰ ਉਹ ਕਹਿੰਦੇ ਵੀ ਨਵਜੋਤ ਸਿੱਧੂ ਆਪਣੀਆਂ ਰਾਜਸੀ ਰੋਟੀਆਂ ਸਦਾ ਚਾਉਣ ਦੇ ਲਈ ਸੇਕ ਰਿਹਾ, ਕੋਈ ਦਰਦ ਵਾਲੀ ਗੱਲ ਨਹੀਂ ਹੈ। ਜੀ ਜਸਪਾਲ ਜੀ। ਦੇਖੋ ਜਗਤਾਰ ਜੀ, ਗੱਲ ਇਹ ਹੈਗੀ ਹੈ ਕਿ ਰਾਜਸੀ ਆਗੂਆਂ ਤੋਂ ਜੇ ਅਸੀਂ ਇਹ ਚਾਹਾਂਗੇ ਕਿ ਉਹ ਰਾਜਨੀਤੀ ਨਹੀਂ ਕਰਨਗੇ, ਇਹ ਨਹੀਂ ਹੋ ਸਕਦਾ, ਇਹ ਕਦੇ ਵੀ ਨਹੀਂ ਹੋ ਸਕਦਾ। ਉਹਨਾਂ ਨੇ ਆਪਣੀ ਰਾਜਨੀਤੀ ਨਾਲ ਨਾਲ ਰੱਖੀ ਹੈ। ਜੇ ਫਰਵਰੀ 2020 ਦੇ ਵਿੱਚ ਜਦੋਂ ਸਰਦਾਰ ਬਲਬੀਰ ਸਿੰਘ ਰਾਜੇਵਾਲ ਨੇ ਇਹ ਮਾਮਲਾ ਸਰਬ ਪਾਰਟੀ ਮੀਟਿੰਗ ਦੇ ਵਿੱਚ ਉਠਾਇਆ ਸੀ ਕਿ ਮੋਦੀ ਸਰਕਾਰ ਅਗਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਲਿਆਉਣ ਜਾ ਰਹੀ ਹੈ, ਤੁਸੀਂ ਜਾਗੋ। ਸਾਰੀਆਂ ਰਾਜਸੀ ਪਾਰਟੀਆਂ ਦੇ ਵਿੱਚ ਉਹਦੇ ਜਿੰਨੇ ਵੀ ਸੀਗੇ, ਉਸ ਵੇਲੇ ਪ੍ਰਧਾਨ ਸੀ ਕਾਂਗਰਸ ਦੇ ਸੁਨੀਲ ਜਾਖੜ ਜੀ, ਅਕਾਲੀ ਦਲ ਵੱਲੋਂ ਬਲਵਿੰਦਰ ਸਿੰਘ ਭੁੰਦੜ ਤੇ ਹੋਰ ਆਗੂ ਉੱਥੇ ਪਹੁੰਚੇ ਸਨ। ਆਮ ਆਦਮੀ ਪਾਰਟੀ ਦੇ ਭਗਵੰਤ ਪਹੁੰਚੇ, ਇਕੱਠੇ ਹੋ ਕੇ ਉੱਥੇ ਗਏ ਸੀ। ਉਹਨਾਂ ਨੇ, ਜੇ ਇਹਨਾਂ ਨੇ ਉਸ ਵੇਲੇ ਨੂੰ ਵਿਚਾਰ ਲਿਆ ਹੁੰਦਾ ਤਾਂ ਮੇਰਾ ਖਿਆਲ ਹੈ ਅੱਜ ਦੀ ਇਹ ਸਥਿਤੀ ਪੈਦਾ ਨਹੀਂ ਸੀ ਹੋਣੀ। ਇੱਕ ਸਟੈਪ ਚੱਕ ਕੇ ਜਿਹੜੀ ਕੇਂਦਰ ਦੀ ਸਰਕਾਰ ਹੈ ਨਰਿੰਦਰ ਮੋਦੀ ਦੀ ਅਗਵਾਈ ਵਾਲੀ, ਉਹ ਲਗਾਤਾਰ ਸਾਰਾ ਕੁਝ ਜਿਹੜਾ ਕਾਰਪੋਰੇਟਾਂ ਦੇ ਹਵਾਲੇ ਕਰਨ ਲੱਗੀ ਹੋਈ ਹੈ। ਅਜੇ ਤੁਸੀਂ ਅਗਲੇ ਸਮੇਂ 'ਚ ਜਾ ਕੇ ਦੇਖੋਗੇ ਜਿਹੜੇ ਹੋਰ ਮਨਸੂਬੇ ਨੇ ਉਹਦੇ ਵਿੱਚ ਵੀ ਇਹਨਾਂ ਨੇ ਕਾਰਪੋਰੇਟਾਂ ਦੇ ਕੋਲ ਭੇਜਣਾ। ਜਿਹੜੀ ਇਹ ਲਖੀਮਪੁਰ ਖੇੜੀ ਦੀ ਘਟਨਾ ਵਾਪਰੀ ਹੈ, ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ, ਕਿਉਂਕਿ ਉਸੇ ਦਿਨ ਉੱਥੇ ਘਟਨਾ ਵਾਪਰਦੀ ਹੈ, ਉਸੇ ਦਿਨ ਹਰਿਆਣਾ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕਹਿੰਦਾ ਹੈ ਕਿ ਤੁਸੀਂ 500 700 ਬੰਦਾ ਇਕੱਠਾ ਕਰੋ, ਉਹਨਾਂ ਨੂੰ ਡਾਂਗਾਂ ਫੜਾਓ। ਜਿਹੜੇ ਸੰਵਿਧਾਨ ਦੀ ਸਹੁੰ ਇਹਨਾਂ ਨੇ ਚੱਕੀ ਹੈ, ਇਹਦੇ ਵਾਸਤੇ ਕਲੇਰ ਸਾਹਿਬ ਜ਼ਿਆਦਾ ਕਲੀਅਰ ਕਰ ਦੇਣਗੇ ਕਿ ਇਹ ਸੰਵਿਧਾਨ ਸਾਨੂੰ ਆਗਿਆ ਦਿੰਦਾ ਕਿ ਡਾਂਗਾ ਚੱਕ ਕੇ ਕਿਸੇ ਦੇ ਸਿਰ ਭੰਨ ਦਿਓ। ਅੱਜ ਵੀ ਹਰਿਆਣੇ ਦੇ ਵਿੱਚ ਇੱਕ ਘਟਨਾ ਵਾਪਰੀ ਆ, ਤਾਜ਼ਾ ਘਟਨਾ ਆਪਣੇ ਮੀਡੀਆ ਦੇ ਉੱਤੇ ਚੱਲ ਰਹੀ ਹੈ ਕਿ ਕਿਸੇ ਵਿਧਾਇਕ ਨੇ ਉੱਥੇ ਕਿਸਾਨਾਂ ਤੇ ਗੱਡੀ ਚੜਾਉਣ ਦਾ ਯਤਨ ਕੀਤਾ। ਕਿਤੇ ਇਹ ਸਾਰੇ ਦਾ ਸਾਰਾ ਗੋਰਖ ਧੰਦਾ ਜਿਹੜਾ ਹੈਗਾ ਕਿਸਾਨਾਂ ਨੂੰ ਵਾਰੀ-ਵਾਰੀ ਦਬਾਉਣ ਲਈ ਤਾਂ ਨਹੀਂ ਰਚਿਆ ਜਾ ਰਿਹਾ। ਰਹੀ ਗੱਲ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਅੱਜ ਉੱਥੇ ਜਾ ਕੇ ਮਾਰਚ ਆਰੰਭਿਆ ਗਾ, ਹਰ ਰਾਜਸੀ ਪਾਰਟੀ ਨੂੰ ਹੱਕ ਹੈਗਾ ਕਿ ਉਹ ਉੱਥੇ ਜਾਵੇ। ਮੇਰਾ ਖਿਆਲ ਹੈ ਵੀ ਕੁਝ ਰਾਜਸੀ ਪਾਰਟੀਆਂ ਇਹਦੇ ਵਿੱਚ ਪਛੜ ਗਈਆਂ ਨੇ। ਕਾਂਗਰਸ ਵਾਲੇ ਥੋੜਾ ਜਿਹਾ ਉਹਨਾਂ ਨਾਲੋਂ ਅੱਗੇ ਬਿੱਡਾ ਸਾਹਿਬ ਇਸ ਗੱਲ ਨੂੰ ਕਰਨਗੇ, ਕਿਉਂਕਿ ਜਿੱਦਣ ਇਹ ਘਟਨਾ ਵਾਪਰੀ ਚੰਨੀ ਸਾਹਿਬ ਨੇ ਵਜ਼ਾਰਤ ਦੇ ਵਿੱਚ ਇਹਦਾ ਮੌਨ ਵਰਤ ਵੀ ਰੱਖਿਆ ਔਰ ਬਾਅਦ ਦੇ ਵਿੱਚ ਗਵਰਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ। ਆਮ ਆਦਮੀ ਪਾਰਟੀ ਵਾਲੇ ਰਾਜਪਾਲ ਸਾਹਿਬ ਦੇ ਅੱਗੇ ਗਏ, ਉੱਥੇ ਉਹਨਾਂ ਨੇ ਰੱਖਿਆ, ਉਹਨਾਂ ਨੂੰ ਹੱਕ ਬਣਦਾ ਹੈਗਾ। ਅਕਾਲੀ ਦਲ ਜਿਹੜਾ ਵੀ ਆਪਦਾ ਪ੍ਰੋਗਰਾਮ ਦੇਵੇਗਾ, ਉਹਨਾਂ ਦਾ ਬਿਲਕੁਲ ਨਿਰਪੱਖਤਾ ਦੇ ਤੌਰ ਦੇ ਉੱਤੇ ਸੰਵਿਧਾਨਕ ਹੱਕ ਹੈ ਕਿ ਉਹ ਵੀ ਆਪਣੀ ਗੱਲ ਕਰਨ। ਪਰ ਜਿਸ ਤਰੀਕੇ ਦੇ ਨਾਲ ਇਹ ਨਰਿੰਦਰ ਮੋਦੀ ਸਾਹਿਬ ਚੰਦ ਘਰਾਣਿਆਂ ਨੂੰ ਖੁਸ਼ ਕਰਨ ਦੇ ਨਾਲ ਸਾਰੇ ਦੇਸ਼ ਦੀਆਂ ਜਨਤਕ ਜਾਇਦਾਦਾਂ ਨੂੰ ਵੇਚਣ ਦੇ ਰਾਹ ਤੁਰੇ ਹੋਏ ਨੇ, ਇਹ ਦੇਸ਼ ਦੇ ਹਿੱਤ 'ਚ ਨਹੀਂ ਰਹਿਣੀਆਂ। ਜੇ ਇਸੇ ਤਰ੍ਹਾਂ ਦਾ ਵਰਤਾਰਾ ਚੱਲਦਾ ਰਿਹਾ ਅਗਲੇ ਸਮੇਂ ਵਿੱਚ ਸਿੱਧੂ ਸਾਹਿਬ, ਇੱਥੇ ਬਹੁਤ ਵੱਡੀ ਖਾਨਾ ਜੰਗੀ ਹੋ ਸਕਦੀ ਹੈ। ਉਸ ਪਾਸੇ ਵੱਲ ਨੂੰ ਮੁਲਕ ਨੂੰ ਧੱਕਿਆ ਜਾ ਰਿਹਾ, ਜਿਹੜਾ ਅਤਿਮੰਦ ਭਾਗਾ ਹੈ। ਅੱਜ ਜਿਹੜੇ ਸ਼ਹੀਦਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣਾ ਖੂਨ ਡੋਲਿਆ, ਆਪਣੀਆਂ ਸ਼ਹਾਦਤਾਂ ਦਿੱਤੀਆਂ, ਉਹਨਾਂ ਦੀਆਂ ਰੂਹਾਂ ਕਰਲਾਉਂਦੀਆਂ ਹੋਣਗੀਆਂ ਕਿ ਆਹ ਮੁਲਕ ਬਣਾਉਣ ਵਾਸਤੇ ਅਸੀਂ ਸਾਰਾ ਕੁਝ ਕੀਤਾ ਸੀ। ਜਦੋਂ ਲਗਾਤਾਰ ਜਿਹੜਾ ਪਾੜਾ ਚੰਦ ਘਰਾਣਿਆਂ ਨੂੰ ਰੱਖ ਕੇ ਬਾਕੀ ਸਾਰਿਆਂ ਨੂੰ, ਕਰੋਨਾ ਦੇ ਦੌਰਾਨ ਕਿੰਨਾ ਰੁਜ਼ਗਾਰ ਖੁੱਸਿਆ, ਕਿਸੇ ਦੀ ਕੋਈ ਗੱਲਬਾਤ ਨਹੀਂ ਹੋ ਰਹੀ। ਜਿਹੜਾ ਬੀਬੀ ਇਹਨਾਂ ਦੀ ਸਮਰਤੀ ਰਾਣੀ ਨੇ 50 ਰੁਪਏ ਸਿਲੰਡਰ ਵਧਿਆ ਸੀ, ਇੱਕ ਮਿੰਟ ਵਾਸਤੇ 50 ਰੁਪਏ ਸਿਲੰਡਰ ਵਧਿਆ ਸੀ ਤਾਂ ਕਿੱਡਾ ਵੱਡਾ ਧਮੱਚੜ ਪਾਇਆ ਸੀ। ਅੱਜ ਲੋਕਾਂ ਦੇ ਕੋਲੋਂ ਸਾਰੀਆਂ ਚੀਜ਼ਾਂ ਬਾਹਰ ਜਾ ਰਹੀਆਂ ਨੇ। ਜਿਹੜੀ ਲਖੀਮਪੁਰ ਖੇੜੀ ਵਾਲੀ ਘਟਨਾ, ਮੈਂ ਸਮਝਦਾ ਕਿ ਸਾਰੀਆਂ ਹੀ ਰਾਜਸੀ ਪਾਰਟੀਆਂ ਇਹ ਤੇ ਰਾਜਨੀਤੀ ਛੱਡ ਕੇ
ਮੈਂ ਕਹਿੰਦਾ ਜੇ ਭਾਜਪਾ ਤੋਂ ਵਿਰੋਧੀ ਜਿੰਨੀਆਂ ਪਾਰਟੀਆਂ ਨੇ ਇੱਕ ਮੰਚ ਤੇ ਹੋ ਕੇ ਲੜਨ, ਰਾਜਨੀਤੀ ਵਾਸਤੇ ਬਥੇਰਾ ਸਮਾਂ ਪਿਆ, ਉਦੋਂ Okay. ਕਰ ਲਿਓ। ਇੱਕ ਮੰਚ ਤੇ ਆ ਕੇ ਤੁਸੀਂ ਜੇ ਇਸ ਨੂੰ ਜੀ ਜਸਪਾਲ ਲਗਾਤਾਰ ਨਾ ਲੜੇ ਤਾਂ ਉਹ ਚੰਗੀ ਗੱਲ ਨਹੀਂ ਹੋਵੇਗੀ। ਜੀ ਮਿੱਡਾ ਜੀ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਪਹਿਲਾਂ ਵੀ ਇਸ ਮੁੱਦੇ ਤੇ ਕਮੈਂਟ ਕਰਨਾ ਚਾਹੁੰਦੇ ਸੀ। ਕਲੇਰ ਜੀ ਨੇ ਇਹ ਗੱਲ ਕਹੀ ਹੈ, ਇਹ ਠੀਕ ਹੈ ਕਿ ਜਿੱਥੋਂ ਤੱਕ ਸਵਾਲ ਹੈ ਜ਼ਿਆਦਤੀ ਦੇ ਖਿਲਾਫ ਲੜਨ ਦਾ, ਕਿਸਾਨੀ ਮੁੱਦਿਆਂ ਦੀ ਹਮਾਇਤ ਦਾ, ਉਹਦੇ ਤੇ ਸਾਰਿਆਂ ਦੀ ਇੱਕ ਰਾਏ ਹੈ। ਪਰ ਉਹ ਕਹਿੰਦੇ ਕਿ ਨਵਜੋਤ ਸਿੱਧੂ ਨੂੰ ਕਿਸਾਨੀ ਮੁੱਦਿਆਂ ਨਾਲੋਂ ਇਲਾਵਾ ਆਪਣੀ ਪ੍ਰਧਾਨਗੀ ਦਾ ਜ਼ਿਆਦਾ ਸੀ ਕਿ ਦੂਜੇ ਨਾ ਅੱਗੇ ਨਿਕਲ ਜਾਣ। ਉਹਨਾਂ ਨੇ ਸਾਰਾ ਪ੍ਰਪੰਚ ਰਚ ਕੇ ਆਪਣੀ ਪ੍ਰਧਾਨਗੀ ਦਾ ਜਿਹੜਾ ਹੈਗਾ ਚਾਰਾਜੋਈ ਆ ਉਹ ਕੀਤੀ ਹੈ। ਇਹ ਵਿਰੋਧੀ ਧਿਰਾਂ ਵੱਲੋਂ ਕਿਹਾ ਜਾ ਰਿਹਾ ਹੈ। ਜੀ ਮਿੱਡਾ ਜੀ, ਮੈਨੂੰ ਬੇਹੱਦ ਅਫਸੋਸ ਹੋਇਆ। ਮੈਂ ਆਪਦੇ ਛੋਟੇ ਵੀਰ ਦੇ ਜਿਹੜੇ ਮੂੰਹੋਂ ਜਿਹੜੇ ਬੋਲ ਸੁਣੇ ਆ, ਮੈਂ ਬੜੀ ਅਜੀਬ ਗੱਲ ਲੱਗਦੀ ਹੈ ਕਿ ਜਿਸ ਵੇਲੇ ਵੀ ਕੋਈ ਡਿਸਕਸ਼ਨ ਕਰਦੇ ਆ ਤਾਂ ਜਿਹੜਾ ਦੂਜੀ ਪਾਰਟੀ ਵਾਲਾ ਬੰਦਾ ਹੁੰਦਾ ਹੈ ਉਹ ਇੱਕੋ ਹੀ ਟਾਰਗੇਟ ਤੇ ਲੈ ਜਾਂਦਾ ਹੈ ਕਿ ਵਿਸ਼ਾ ਭਾਵੇਂ ਜਿੱਥੇ ਜਿੰਨਾ ਮਰਜ਼ੀ ਪਿੱਛੇ ਰਹਿ ਜਾਵੇ, ਜਿਸ ਦੇ ਸੰਬੰਧ ਵਿੱਚ ਗੱਲ ਕਰ ਰਹੇ ਹੋ ਭਾਵੇਂ ਡਿਸਕਸ ਹੋਵੇ ਜਾਂ ਨਾ ਹੋਵੇ, ਮੈਂ ਸਾਹਮਣੇ ਵਾਲੇ ਦੀ ਬੋਲਤੀ ਬੰਦ ਕਰਨ ਵਾਸਤੇ 5-7 ਜਿਹੜੇ ਹੈ ਉਹਦੇ ਉੱਤੇ ਲਾਂਛਣ ਲਾ ਦਿਆਂ ਔਰ ਉਸਦਾ ਮੂੰਹ ਬੰਦ ਕਰਾਉਣ ਵਾਸਤੇ ਕੁਛ ਨਾ ਕੁਛ ਇਹੋ ਜਿਹੀਆਂ ਭੱਦੀਆਂ ਗੱਲਾਂ ਕਰ ਜਾਵਾਂ ਤਾਂ ਕਿ ਉਹ ਕੋਈ ਗੱਲ ਹੀ ਨਾ ਕਰ ਸਕੇ। ਬੇਹੱਦ ਅਫਸੋਸ ਨਾਲ ਗੱਲ ਹੈ, ਕਿਉਂਕਿ ਗੱਲ ਦੀ ਔਰ ਵਿਸ਼ੇ ਦੀ ਗੰਭੀਰਤਾ ਜਿਹੜੀ ਹੈ ਉਹ ਗੰਭੀਰਤਾ ਇਹੀ ਹੈ ਕਿ ਅਸੀਂ ਉਹਨਾਂ ਕਿਸਾਨਾਂ ਦੇ ਪ੍ਰਤੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਲਖਮੀਪੁਰ ਖੇਰੀ ਦੇ ਵਿੱਚ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਦਰੜ ਦਿੱਤਾ ਗਿਆ, ਜਿਨ੍ਹਾਂ ਦੀ ਜਾਨ ਚਲੀ ਗਈ ਹੈ। ਅਸੀਂ ਉਹਨਾਂ ਦੇ ਨਾਲ ਮੋਢਾ ਲਾ ਕੇ ਖੜਨਾ ਚਾਹੁੰਦੇ ਹਾਂ। ਜੇ ਕਿੰਨਾ ਚੰਗਾ ਹੁੰਦਾ ਜੇਕਰ ਅਕਾਲੀ ਦਲ ਇਹ ਸਮਝਦੇ ਹੋਏ ਕਿ ਉੱਥੋਂ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਲਖਮੀਰਪੁਰ ਖੇਰੀ ਵਾਲਾ ਜਾ ਰਹੇ ਨੇ ਤੇ ਇਹ ਵੀ ਭੱਜ ਦੌੜ ਕੇ ਜਿਹੜਾ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਇੱਕ ਪੰਜਾਬੀ ਹੋਣ ਦੇ ਨਾਤੇ ਰਾਜਨੀਤੀ ਨੂੰ ਪਿੱਛੇ ਛੱਡ ਕੇ ਨਾਲ ਜਾ ਖੜਦੇ, ਬਹੁਤ ਚੰਗਾ ਲੱਗਦਾ। ਔਰ ਉਸ ਦੇ ਨਾਲ ਜਿਹੜਾ ਦਬਾਅ ਹੈ ਕੇਂਦਰ ਦੇ ਉੱਤੇ ਹੋਰ ਵੱਧਦਾ। ਇਹ ਜਿਹੜਾ ਦੂਜੇ ਨੂੰ ਨਿੰਦਣਾ ਔਰ ਪੰਜਾਬ ਦੇ ਵਿੱਚੋਂ ਬਾਹਰ ਮੋਦੀ ਸਰਕਾਰ ਨੂੰ ਪਾੜਾ ਜਿਹੜਾ ਆਪਸੀ ਸ਼ੋਅ ਕਰਨਾ, ਇਹ ਕਿਤੇ ਨਾ ਕਿਤੇ ਫਿਰ ਉਹੀ ਗੱਲ, ਇਹ ਕੋਈ ਇਸ਼ਾਰੇ ਤੇ ਤਾਂ ਨਹੀਂ ਖੇਡ ਰਿਹਾ ਅਕਾਲੀ ਦਲ ਕਿਸੇ ਦੇ। ਓਕੇ, ਤੁਹਾਡਾ ਵਿਊ ਪੁਆਇੰਟ ਆ ਗਿਆ। ਜੀ ਕਲੇਰ ਜੀ, ਇਸ ਮੁੱਦੇ ਤੇ ਜੋ ਤੁਸੀਂ ਕਮੈਂਟਸ ਕੀਤੇ ਸੀ ਉਹਨਾਂ ਦਾ ਕਹਿਣਾ ਕਿ ਮੰਦਭਾਗੀ ਹੈ ਹੀ ਹੈ, ਇਹੋ ਜਿਹੇ ਮੌਕੇ ਤੇ ਸਾਨੂੰ ਪਾੜੇ ਦੀ ਗੱਲ ਨਹੀਂ। ਔਰ ਦੂਜਾ ਜਿਹੜਾ ਉਹਨਾਂ ਨੇ ਕਿਹਾ ਕਿ ਕਿਸੇ ਇਸ਼ਾਰੇ ਦੇ ਉੱਤੇ ਤਾਂ ਨਹੀਂ ਜਿਹਾ ਕੁਝ ਕੀਤਾ ਜਾ ਰਿਹਾ, ਜਦੋਂ ਕਿ ਜਸਪਾਲ ਢਿੱਲੋਂ ਦਾ ਕਹਿਣਾ ਕਿ ਇਹੋ ਜਿਹੇ ਮੁੱਦੇ ਤੇ ਸਾਰੀਆਂ ਪਾਰਟੀਆਂ ਨੂੰ ਇਕਮੁੱਠ ਹੋ ਕੇ ਇਸ ਜ਼ਾਤੀ ਦਾ ਜ਼ੁਲਮ ਦਾ ਵਿਰੋਧ ਕਰਨਾ ਬਣਦਾ ਹੈ। ਜੀ ਦੇਖੋ, ਮੈਂ ਬੜਾ ਹੈਰਾਨ ਆ ਮਿੱਡਾ ਸਾਹਿਬ ਦੀ ਗੱਲਾਂ ਦੇ ਉੱਤੇ। ਔਰ ਮੈਂ ਮਿੱਡਾ ਸਾਹਿਬ ਨੂੰ ਯਾਦ ਕਰਾ ਦਿਆਂ ਕਿ ਜਿਸ ਪਾਰਟੀ ਦੇ ਪ੍ਰਵਕਤਾ ਦੇ ਤੌਰ ਤੇ ਬੈਠੇ ਨੇ, ਇਸੇ ਪਾਰਟੀ ਦੇ ਮੌਜੂਦਾ ਪ੍ਰਧਾਨ ਨਵਜੋਤ ਸਿੱਧੂ, ਉਹ ਪਹਿਲੇ ਬੰਦੇ ਸੀ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਕਾਨੂੰਨਾਂ ਦੇ ਵਿੱਚ ਸੋਧ ਕਰਕੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਗਿਆ ਹੈ। ਉਹ ਕਿਹਦੇ ਇਸ਼ਾਰਿਆਂ ਤੇ ਕਹੀ ਸੀ, ਕਿਹਦੇ ਇਸ਼ਾਰਿਆਂ ਤੇ ਖੇਡੇ ਸੀ, ਮਿੱਡਾ ਸਾਹਿਬ ਇਹ ਵੀ ਦੱਸ ਦੇਣ। ਔਰ ਦੂਸਰੀ ਜਿਹੜੀ ਵੱਡੀ ਗੱਲ ਹੈ, ਸ਼੍ਰੋਮਣੀ ਅਕਾਲੀ ਦਲ ਲਗਾਤਾਰ ਲਖੀਮਪੁਰ ਖੀਰੀ ਘਟਨਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਹਸਪਤਾਲਾਂ ਦੇ ਵਿੱਚ ਜਾ ਕੇ ਜਿੱਥੇ ਵਿਰਕ ਸਾਹਿਬ ਨੂੰ ਵੀ ਮਿਲਿਆ ਔਰ ਉਹਨਾਂ ਦੇ ਇਲਾਜ ਦੀ ਵੀ ਅਸੀਂ ਗੱਲ ਕੀਤੀ ਹੈ। ਔਰ ਸਾਡਾ ਵਫਦ ਮੁੱਖ ਮੰਤਰੀ ਨੂੰ ਵੀ ਮਿਲਣ ਜਾ ਰਿਹਾ, ਅਮਿਤ ਸ਼ਾਹ ਨੂੰ ਵੀ ਮਿਲਣ ਜਾ ਰਿਹਾ। ਮੈਂ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਕਿ ਅੱਜ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਮੁੱਖ ਮੰਤਰੀ ਆਪਣਾ ਦਫ਼ਤਰ ਵਰਤ ਕੇ, ਚਾਹੇ ਮੋਦੀ ਸਾਹਿਬ ਹੋਣ ਚਾਹੇ ਯੋਗੀ ਆਦਿੱਤਿਆਨਾਥ ਹੋਣ, ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਉਣ, ਚਾਹੇ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਜਾਵੇ ਔਰ ਲਖੀਮਪੁਰ ਖੀਰੀ ਦਾ ਇਨਸਾਫ ਹੋਣਾ ਚਾਹੀਦਾ ਹੈ। ਪਰ ਜਿਸ ਤਰੀਕੇ ਦਾ ਕੰਮ ਨਵਜੋਤ ਸਿੱਧੂ ਕਰ ਰਹੇ ਨੇ ਉਹ ਕੱਲੀ ਸਿਆਸਤ ਹੈ। ਸਿਆਸਤ ਤੋਂ ਵੱਧ ਕੇ ਕੁਝ ਨਹੀਂ। ਯੂਪੀ ਦੇ ਬਾਰਡਰ ਤੇ ਜਾ ਕੇ ਉੱਥੋਂ ਵਾਪਸ ਆ ਜਾਣਾ, ਇਹੀ ਸੁੱਖੀ ਰੰਧਾਵੇ ਨੇ ਕੀਤਾ, ਉੱਥੋਂ ਵਾਪਸ ਆ ਜਾਣਾ। ਸੋ ਮੈਂ ਉਸ ਗੱਲ ਦੇ ਉੱਤੇ ਕਹਿ ਰਿਹਾ, ਜਿੱਥੇ ਇਨਸਾਫ ਦਿਵਾਉਣਾ, ਇਨਸਾਫ ਦਿਵਾਉਣ ਦੀ ਮਨਸ਼ਾ ਹੋਣੀ ਚਾਹੀਦੀ ਹੈ ਤਾਂ ਇਨਸਾਫ ਦਿਵਾਉਣਾ। ਜਿਹੜੀ ਗੱਲ ਹੈ ਜੋ ਜਸਪਾਲ ਜੀ ਨੇ ਕਹੀ ਹੈ, ਮੈਂ ਉਹਦੇ ਨਾਲ ਇਨ ਬਿਨ ਸਹਿਮਤ ਹਾਂ ਕਿ ਇੱਕ ਕੌਂਸਟੀਟਿਊਸ਼ਨਲ ਪੋਸਟ ਦੇ ਉੱਤੇ ਬੈਠਾ ਮੁੱਖ ਮੰਤਰੀ ਖੱਟਰ ਸਾਹਿਬ ਅਗਰ ਇਹ ਗੱਲ ਕਹਿੰਦੇ ਨੇ ਕਿ 600 ਬੰਦਿਆਂ ਦੇ ਗਰੁੱਪ ਬਣਾ ਲਓ, ਡਾਂਗਾ ਲੈ ਲਓ, ਜੇ ਕੋਈ ਮਾਰਨ ਆਵੇ ਮਾਰੋ, ਤਾਂ ਇਹ ਸਿੱਧੀ ਸਥਿਤੀ ਦਰਸਾਉਂਦਾ ਹੈ ਕਿ ਲਾਅ ਐਂਡ ਆਰਡਰ ਦੀ ਜਿਹੜੀ ਹਰਿਆਣੇ ਦੇ ਵਿੱਚ ਸਿਚੁਏਸ਼ਨ ਹੈ ਉਹ ਮੁੱਖ ਮੰਤਰੀ ਦੇ ਹੱਥਾਂ ਤੋਂ ਬਾਹਰ ਨਿਕਲ ਚੁੱਕੀ ਹੈ। ਉਹਨਾਂ ਨੂੰ ਮੁੱਖ ਮੰਤਰੀ ਰਹਿਣ ਦਾ ਵੀ ਇਖਤਿਆਰ ਨਹੀਂ, ਕਿਉਂਕਿ ਸੰਵਿਧਾਨ ਦੀ ਸਹੁੰ ਚੱਕ ਕੇ ਅਗਰ ਮੁੱਖ ਮੰਤਰੀ ਇਹ ਗੱਲ ਕਹਿੰਦਾ ਹੈ ਕਿ ਵਾਇਲੈਂਸ ਕਰੋ ਤਾਂ ਮੁੱਖ ਮੰਤਰੀ ਰਹਿਣ ਦਾ ਹੱਕਦਾਰ ਥੈਂਕ ਯੂ ਕਲੇਰ ਜੀ। ਮੈਂ ਕਮੈਂਟ ਜਿਹੜਾ ਭਾਵ ਨਾਲ ਅਸਤੀਫਾ ਦੇ ਦੇਣਾ ਚਾਹੀਦਾ। ਮਿਹਰਬਾਨੀ, ਆਪਾਂ ਕਮੈਂਟ ਜਿਹੜਾ ਹੈਗਾ ਜਸਪਾਲ ਜੀ ਤੋਂ ਵੀ ਲੈਣਾ ਚਾਹੁੰਦੇ ਹਾਂ। ਜਸਪਾਲ ਜੀ, ਜੋ ਸਥਿਤੀ ਬਣੀ ਹੈ, ਮਿੱਡਾ ਜੀ ਨੇ ਕਿਹਾ, ਕਲੇਰ ਜੀ ਨੇ ਕਿਹਾ, ਇਹ ਵੀ ਹੈ ਕਿ ਇਸ ਮੁੱਦੇ ਦੇ ਉੱਤੇ ਆਪਸ ਵਿੱਚ ਜਿਹੜਾ ਟਕਰਾਓ ਹੈ ਉਹ ਕਿਤੇ ਜਿਹੜੀਆਂ ਉਹਨਾਂ ਧਿਰਾਂ ਨੂੰ ਮਦਦ ਕਰੇਗਾ ਜਿਹੜੀਆਂ ਧਿਰਾਂ ਜਿਹੜੀਆਂ ਇਹੋ ਜਿਹੀਆਂ ਜ਼ਾਤੀਆਂ ਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਈਆਂ ਜਾ ਰਹੀਆਂ।
ਨਹੀਂ, ਮੈਂ ਜਸਪਾਲ ਇਸ ਜੀ। ਗੱਲ ਦੇ ਉੱਤੇ ਬਿਲਕੁਲ ਸਹਿਮਤ ਹੈਗਾ ਜੀ। ਅਜਿਹੇ ਮੌਕੇ ਦੇ ਉੱਤੇ ਸਾਰੀਆਂ ਰਾਜਸੀ ਧਿਰਾਂ ਨੂੰ ਰਾਜਨੀਤੀ ਛੱਡ ਕੇ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ। ਜੇ ਜਿਵੇਂ ਕਲੇਰ ਸਾਹਿਬ ਨੇ ਕੀਤਾ ਕਿ ਅਕਾਲੀ ਦਲ ਮਿਲਣ ਜਾ ਰਿਹਾ ਅਮਿਤ ਸ਼ਾਹ ਹੋਰਾਂ ਨੂੰ ਜਾਂ ਹੋਰਾਂ ਨੂੰ, ਮੇਰਾ ਖਿਆਲ ਹੈ ਕਿ ਜੇ ਚੰਗਾ ਹੋਵੇ ਕਿ ਪੰਜਾਬ ਦੇ ਮੁੱਖ ਮੰਤਰੀ ਸੱਦਾ ਦੇਣ ਕਿ ਸਾਰੇ ਜਣੇ ਰਲ ਕੇ ਆਓ ਆਪਾਂ ਚੱਲੀਏ, ਗ੍ਰਹਿ ਮੰਤਰੀ ਕੋਲੇ ਜਾਣਾ ਪਵੇ, ਪ੍ਰਧਾਨ ਮੰਤਰੀ ਕੋਲੇ ਜਾਣਾ ਪਵੇ। ਜੇ ਸਾਰੇ ਇਕੱਠੇ ਇਕਜੁੱਟ ਨਾਲ ਜਾਣਗੇ ਤਾਂ ਉੱਥੇ ਪ੍ਰਭਾਵ ਜ਼ਿਆਦਾ ਪਵੇਗਾ। ਜਦੋਂ ਤੁਸੀਂ ਅਲੱਗ-ਅਲੱਗ ਤੌਰ ਦੇ ਉੱਤੇ ਇੱਕ ਦੂਜੇ ਦੇ ਪੈਰ ਮਿੱਧ ਕੇ ਜਾਓਗੇ, ਉਹ ਮੈਂ ਸਮਝਦਾ ਕਿ ਉਹਨਾਂ ਦਵਾ ਨਹੀਂ ਬਣਨਾ। ਇਹ ਇੱਕ ਅਜਿਹੀ ਸਥਿਤੀ ਹੈ, ਕਦੇ ਜਾ ਕੇ ਪੁੱਛੋ, ਪੈਸੇ ਜੋ ਮਰਜ਼ੀ ਦੇ ਦਿਓ, ਪਰ ਜਿਨ੍ਹਾਂ ਦੇ ਨੌਜਵਾਨ ਚਲੇ ਗਏ, ਬਜ਼ੁਰਗ ਚਲੇ ਗਏ, ਉਹਨਾਂ ਦੇ ਘਰਾਂ ਦੇ ਵਿੱਚ 70 ਵਿਛੇ ਵੀ ਹੈ। ਆਪਾਂ ਉਹਨਾਂ ਨੂੰ ਸਾਹਮਣੇ ਰੱਖੀਏ। ਰਾਜਨੀਤੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਜਿੰਨੀ ਮਰਜ਼ੀ ਕਰ ਲਓ। ਅੱਜ ਮੈਂ ਉਸ ਤਰ੍ਹਾਂ ਦੀ ਟਿੱਪਣੀ ਨਹੀਂ ਕਰਨੀ ਹੈਗੀ। ਸੋ ਮਤਲਬ ਰਾਜਨੀਤੀ ਜਿੰਨੀ ਮਰਜ਼ੀ ਕਰ ਲਓ, ਪਰ ਜਿਹੜਾ ਲਖੀਮਪੁਰ ਦੀ ਘਟਨਾ ਵਾਪਰੀ ਹੈ ਬੇਹੱਦ ਮੰਦਭਾਗੀ ਹੈ, ਮਾੜੀ ਹੈ। ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਧਰਮ ਅਨੇਕ ਭਾਰਤ ਏਕ, ਫਿਰ ਜਿਵੇਂ ਚੁਣ ਕੇ ਘੱਟ ਗਿਣਤੀਆਂ ਦੇ ਉੱਤੇ ਇਹ ਸਰਕਾਰ ਦੇ ਵਿੱਚ ਹਮਲੇ ਕੀਤੇ ਜਾ ਰਹੇ ਨੇ, ਬਹੁਤ ਮੰਦਭਾਗੇ ਨੇ। ਜੇ ਘੱਟ ਗਿਣਤੀਆਂ ਨੂੰ ਵਰਤ ਕੇ ਬਹੁ ਗਿਣਤੀਆਂ ਦੀਆਂ ਵੋਟਾਂ ਅਸੀਂ ਆਪਣੇ ਹੱਕ ਦੇ ਵਿੱਚ ਭੁਗਤਾਉਣੀਆਂ ਨੇ, ਯੂਪੀ ਦੇ ਵਿੱਚ ਵੀ ਅਗਲੇ ਸਮੇਂ ਦੇ ਵਿੱਚ ਵੋਟਾਂ ਆ ਰਹੀਆਂ ਨੇ, ਕੀ ਇਹ ਸਾਰਾ ਕੁਝ ਜਿਹੜਾ ਵਰਤਾਰਾ ਵਾਪਰ ਰਿਹਾ ਹੈ, 10 ਮਹੀਨੇ ਹੋ ਗਏ, ਅਜੇ ਤੱਕ ਪ੍ਰਧਾਨ ਮੰਤਰੀ ਇੱਕ ਘੰਟੇ ਦਾ ਟਾਈਮ ਨਾ ਦੇਵੇ ਕਿਸਾਨਾਂ ਨਾਲ ਗੱਲਬਾਤ ਕਰਨ ਦਾ, ਜਦੋਂ ਕਿ ਕਿਸਾਨ ਕੁੱਲ ਮੀਟਿੰਗਾਂ ਦੇ ਵਿੱਚ ਕੱਲੀ ਮਦ ਨੂੰ ਦਰਕਾਰ ਆਏ ਨੇ। ਔਰ ਅੱਜ ਤੱਕ ਲਖਬੀਰਪੁਰ ਦੀ ਘਟਨਾ ਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਇੱਕ ਸ਼ਬਦ ਵੀ ਨਾ ਕਹਿਣਾ ਬਹੁਤ ਮੰਦਭਾਗਾ ਹੈ। ਜੀ ਮਿਹਰਬਾਨੀ। ਆਪਾਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਹੈ। ਮਹਿਮਾਨਾਂ ਦੀ ਆਪੋ ਆਪਣੀ ਰਾਏ ਹੋ ਸਕਦੀ ਹੈ, ਪਰ ਇੱਕ ਗੱਲ, ਜਿਸ ਤਰੀਕੇ ਦੇ ਨਾਲ ਜ਼ਾਤੀ ਹੋਈ ਹੈ, ਜਿਸ ਤਰੀਕੇ ਨਾਲ ਵਧੀਕੀਆਂ ਅਨਿਆਂ ਹੋ ਰਿਹਾ ਕੌਮੀ ਪੱਧਰ ਤੇ, ਇੱਕ ਸਾਂਝੇ ਤੌਰ ਤੇ ਉੱਠ ਰਿਹਾ ਗੁੱਸੇ ਦਾ ਆਵਾਰ, ਗੁੱਸੇ ਦੀ ਲਹਿਰ, ਇਹਨਾਂ ਮੁੱਦਿਆਂ ਤੇ ਬਹੁਤ ਸਾਰੇ ਸਵਾਲ ਵੀ ਜੁੜੇ ਹੋਏ ਹੈ। ਆਪਾਂ ਲਵਾਂਗੇ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਮਿੱਟੇ ਜੀ, ਬ੍ਰੇਕ ਤੋਂ ਪਹਿਲਾਂ ਅਕਾਲੀ ਦਲ ਦੇ ਬੁਲਾਰੇ ਕਲੇਰ ਜੀ, ਉਹਨਾਂ ਦਾ ਕਹਿਣਾ ਸੀ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਵਿਧਾਨ ਸਭਾ ਦੀ, ਇਹਨਾਂ ਹੀ ਕਾਨੂੰਨਾਂ ਦੇ ਮੁੱਦੇ ਦੇ ਉੱਤੇ ਨਵਜੋਤ ਸਿੱਧੂ ਨੇ ਕਿਹਾ ਕਿ ਸੋਧਾਂ ਕਰ ਲੈਣੀਆਂ ਚਾਹੀਦੀਆਂ, ਜਦੋਂ ਕਿ ਅਕਾਲੀ ਦਲ ਤਾਂ ਹਮੇਸ਼ਾ ਹੀ ਡਟ ਕੇ ਕਿਸਾਨੀ ਹਿੱਤਾਂ ਦੇ ਨਾਲ ਖੜਾ ਹੈ, ਲਖੀਮਪੁਰ ਦੇ ਮਾਮਲੇ 'ਚ ਵੀ ਤੇ ਦੂਜੇ ਮੁੱਦਿਆਂ ਦੇ ਉੱਤੇ ਵੀ। ਦੇਖੋ, ਇਹ ਗੱਲ ਮੇਰੇ ਕਹਿਣ ਦੀ ਨਹੀਂ ਹੈ। ਪੂਰੇ ਪੰਜਾਬੀਆਂ ਨੇ ਜਿਸ ਵੇਲੇ ਇਹ ਕਾਨੂੰਨ ਜਿਹੜੇ ਅਨਾਉਂਸ ਹੋਏ ਸੀ, ਔਰ ਉਸ ਵੇਲੇ ਹੀ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਦ ਔਰ ਉਹਨਾਂ ਦੇ ਬੇਟੇ ਸੁਖਬੀਰ ਸਿੰਘ ਬਾਦਲ ਔਰ ਉਸ ਵੇਲੇ ਦੇ ਉਹਨਾਂ ਦੀ ਕਾਬੀਨਾ ਦੇ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ, ਇਹਨਾਂ ਤਿੰਨਾਂ ਨੇ ਜਿਹੜੇ ਇਹਨਾਂ ਕਾਨੂੰਨਾਂ ਦੇ ਜਿਹੜੇ ਫਾਇਦੇ ਗਿਣਾਏ ਸਨ, ਉਹ ਸਾਰੇ ਦੇ ਸਾਰੇ ਲੋਕਾਂ ਨੇ ਸੁਣੇ ਹੋਏ ਨੇ। ਅੱਜ ਜਦੋਂ ਇਹ ਗੱਲ ਸਾਰੇ ਪਾਸੇ ਕਿਸਾਨੀ ਦੇ ਆਵਾਮ ਔਰ ਸਾਰੀਆਂ ਰਾਜਨੀਤਿਕ ਪਾਰਟੀਆਂ ਜਦੋਂ ਕਿਸਾਨਾਂ ਦੇ ਨਾਲ ਖੜੀਆਂ, ਤਾਂ ਇਹਨਾਂ ਨੂੰ ਉਸ ਵੇਲੇ ਯਾਦ ਆਇਆ ਕਿ ਇਹ ਬਹੁਤ ਵੱਡੀ ਗਲਤੀ ਹੋਣ ਜਾ ਰਹੀ ਹੈ ਔਰ ਇਸ ਗਲਤੀ ਨੂੰ ਕਿਵੇਂ ਨਾ ਕਿਵੇਂ ਸੁਧਾਰਿਆ ਜਾਵੇ। ਅੱਜ ਉਹ ਜਿਹੜਾ ਵਕਤ ਹੈ, ਉਹ ਜਿਹੜੇ ਬੋਲ ਹਨ, ਉਹ ਅਜੇ ਵੀ ਕੰਨਾਂ 'ਚ ਗੂੰਜਦੇ ਹਨ। ਇਸ ਲਈ ਉਸ ਦੇ ਵਿੱਚ ਕਿਸਾਨਾਂ ਦਾ ਵਿਸ਼ਵਾਸ ਜਿੱਤਣ 'ਚ ਬਹੁਤ ਪਿੱਛੇ ਪੈ ਗਏ। ਔਰ ਨਾਲ ਦੀ ਨਾਲ ਇਹ ਟਾਰਗੇਟ ਇਸ ਗੱਲ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੂੰ ਕਰਨਾ ਜਾਂ ਕਿਸੇ ਇਹ ਕਹਿਣਾ ਕਿ ਰਾਜਨੀਤੀ ਕਰ ਰਹੇ ਹਨ। ਮੈਂ ਚਾਹੁੰਦਾ ਕਿ ਕਿਸਾਨ ਦੀ ਖਾਤਰ ਜੇ ਕਿਸੇ ਨੂੰ ਰਾਜਨੀਤੀ ਕਰਨੀ ਪਵੇ ਤਾਂ ਉਹਨੂੰ ਰੱਜ ਕੇ ਕਰਨੀ ਚਾਹੀਦੀ ਹੈ। ਜੇ ਕਿਸੇ ਲੇਖਕ ਨੂੰ ਕੁਝ ਲਿਖਣਾ ਪਵੇ ਤਾਂ ਉਹਨੂੰ ਰੱਜ ਕੇ ਲਿਖਣਾ ਚਾਹੀਦਾ ਹੈ। ਜੇਕਰ ਜਿੰਨੇ ਵੀ ਸਮਾਜਿਕ ਕਾਰਕੁਨ ਨੇ, ਜਿੰਨੇ ਵੀ ਜਿਹੜੇ ਬੁੱਧੀਜੀਵੀ ਨੇ, ਜਿਹੜੇ ਵੀ ਤੌਰ ਤਰੀਕੇ ਦੇ ਨਾਲ ਮੋਦੀ ਸਰਕਾਰ ਤੇ ਦਬਾਅ ਬਣਾ ਸਕਦੇ ਨੇ, ਬਣਾਉਣਾ ਚਾਹੀਦਾ ਹੈ, ਕਿਉਂਕਿ ਇਹ ਹੱਦ ਹੋਈ ਪਈ ਹੈ, ਇਹ ਅੰਤ ਹੈ, ਇਹ ਸਿਰ ਤੋਂ ਪਾਣੀ ਲੰਘ ਚੁੱਕਿਆ ਹੈ ਕਿ ਇਹ ਨਾ 1 ਸਾਲ ਦੇ ਢਿੱਲੋਂ ਸਾਹਿਬ ਨੇ ਜਿਹੜੀ ਗੱਲ ਕਹੀ ਕਿ 1 ਸਾਲ ਦੇ ਵਿੱਚ ਇੱਕ ਵਾਰ ਵੀ ਦੇਸ਼ ਦਾ ਪ੍ਰਧਾਨ ਮੰਤਰੀ ਇਸ ਗੱਲ ਦੀ ਚਿੰਤਾ ਨਾ ਕਰੇ ਔਰ ਗੱਲਬਾਤ ਦਾ ਵੀ ਸੱਦਾ ਨਾ ਦੇਵੇ, ਔਰ ਇੰਨਾ ਜਿਹੜਾ ਇਹ ਜਿਹੜੀ ਵਰਲਡ ਵਾਈਡ ਔਰ ਇੱਕ ਸੰਸਾਰ ਪੱਧਰ ਦੇ ਉੱਤੇ ਜਿਸ ਸਬਜੈਕਟ ਦੇ ਉੱਤੇ ਚਰਚਾ ਹੋ ਰਹੀ ਹੋ। ਓਕੇ ਜੀ ਮਿੱਟਾ ਜੀ, ਇੱਕ ਸਵਾਲ ਜਿਹੜਾ ਮੈਂ ਅੱਗੇ ਮਹਿਮਾਨ ਉਹਨਾਂ ਤੋਂ ਵੀ ਸਵਾਲ ਲੈਣਾ, ਇੱਕ ਸਵਾਲ ਦਾ ਜਿਹੜਾ ਜਵਾਬ ਸੰਖੇਪ ਜ਼ਰੂਰ ਤੁਹਾਡੇ ਕੋਲੋਂ ਚਾਹਾਂਗਾ। ਉਹ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ, ਉਸ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਕੀ ਕੌਮੀ ਪੱਧਰ ਤੇ ਦਬਾਅ ਨਹੀਂ ਬਣਨਾ ਚਾਹੀਦਾ? ਇੱਕ ਗ੍ਰਹਿ ਮੰਤਰੀ ਹੋਵੇ ਤੇ ਉਹਦੇ ਤੇ ਇਸ ਤਰ੍ਹਾਂ ਦੇ ਐਲੀਗੇਸ਼ਨ ਲੱਗਣ, ਸ਼ਾਇਦ ਇਹ ਵੀ ਮੁਲਕ ਦੇ ਅੰਦਰ ਪਹਿਲੀ, ਜਿੱਦਾਂ ਕਲੇਰ ਜੀ ਨੇ ਕਿਹਾ ਸੀ ਕਿ ਇਤਿਹਾਸਕ ਤੌਰ ਤੇ ਸ਼ਾਇਦ ਪਹਿਲੀ ਵੱਡੀ ਏਦਾਂ ਦੀ ਘਟਨਾ ਹੈਗੀ ਹੈ। ਤੇ ਉਸ ਦੇ ਜਿਹੜੇ ਬੇਟੇ ਹੈ, ਉਹਨਾਂ ਤੇ ਅਜੇ ਤੱਕ
FIR ਦਰਜ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਨਹੀਂ ਹੈ ਅਜੇ ਤੱਕ। ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ ਜਿਹੜਾ ਹੈਗਾ, ਜਿਹੜੇ ਨੇਤਾ ਹੈਗੇ ਆ ਤੇ ਨੇਤਾ ਦਾ ਬੇਟਾ ਹੈਗਾ, ਜੋ ਕੁਝ ਨਹੀਂ ਹੋ ਰਿਹਾ, ਇਹਦੇ ਬਾਰੇ ਕੀ ਦੇਖਦੇ ਹੋ ਸੰਖੇਪ ਚ? ਦੇਖੋ, ਗੱਲ ਇਹ ਹੈ ਕਿ ਇਹ ਜਿਹੜਾ ਹੈ ਹਮੇਸ਼ਾ ਹੀ ਜਿਹੜੀ ਹੈ ਜ਼ਮੀਰ ਜਿਹੜੀ ਹੈ ਉਹ ਜ਼ਮੀਰ ਦੀਆਂ ਗੱਲਾਂ ਹੁੰਦੀਆਂ। ਇਹ ਹਿਸਟਰੀ 'ਚ ਹੈ ਕਿ ਜਿਸ ਵੇਲੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਰੇਲ ਹਾਦਸਾ ਹੋਇਆ ਤਾਂ ਉਸ ਵੇਲੇ ਲਾਲ ਬਹਾਦਰ ਸ਼ਾਸਤਰੀ ਜੀ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ। ਔਰ ਇਹ ਜਿਹੜੀ ਘਟਨਾ ਹੈ ਇਹ ਕਿਉਂਕਿ ਗ੍ਰਹਿ ਵਿਭਾਗ ਨਾਲ ਤਾਲੁਕ ਰੱਖਦੀ ਹੈ ਔਰ ਉਹਨਾਂ ਦਾ ਜਿਹੜਾ ਖੁਦ ਦਾ ਜਿਹੜਾ ਬੇਟਾ ਹੈ ਉਹ ਇਸ 'ਚ ਇਨਵੋਲਵ ਹੈ, ਉਹਨਾਂ ਨੂੰ ਮੋਰਲ ਗਰਾਊਂਡ ਦੇ ਉੱਤੇ ਜਿਹੜਾ ਇਸ ਦੇ ਉੱਤੇ ਅਸਤੀਫਾ ਦੇ ਦੇਣਾ ਚਾਹੀਦਾ ਸੀ। ਪਰ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਸੋਚ ਹੈ ਉਹ ਸੋਚ ਹੀ ਜਿਹੜੀ ਉਹ ਹਿਟਲਰਸ਼ਾਹੀ ਤਾਨਾਸ਼ਾਹੀ ਵਾਲੀ ਹੈ ਔਰ ਉਹ ਜਿਹੜੀ ਸੋਚ ਹੈ ਉਹ ਕਿਸੇ ਵੀ ਤਰੀਕੇ ਨਾਲ ਮੋਰਲ ਗਰਾਊਂਡ ਦੇ ਉੱਤੇ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੇ। ਜੀ ਥੈਂਕ ਯੂ। ਤੁਹਾਡਾ ਵਿਊ ਪੁਆਇੰਟ ਆ ਗਿਆ। ਕਲੇਰ ਸਾਹਿਬ ਤੁਸੀਂ ਆਪਣੇ ਕਮੈਂਟ ਦਾ ਜ਼ਰੂਰ ਕਰਿਓ, ਪਰ ਮੈਂ ਇੱਕ ਸਵਾਲ ਤੁਹਾਡੇ ਕੋਲੋਂ ਜੋ ਮਿੱਡਾ ਜੀ ਨਾਲ ਗੱਲ ਕੀਤੀ ਹੈ, ਕੇਂਦਰੀ ਗ੍ਰਹਿ ਰਾਜ ਮੰਤਰੀ ਮਿਸ਼ਰਾ ਤੇ ਉਸਦਾ ਬੇਟਾ, ਕਿਉਂ ਨਹੀਂ ਇਸ ਮੁਲਕ ਦੇ ਅੰਦਰ ਉਹਨਾਂ ਦੇ ਉੱਤੇ ਹੋ ਰਹੀ ਕਾਰਵਾਈ? ਪੂਰੇ ਮੁਲਕ ਦੇ ਅੰਦਰ ਜਿਸ ਤਰੀਕੇ ਨਾਲ ਆਵਾਜ਼ ਉੱਠ ਰਹੀ ਹੈ ਇਹਨਾਂ ਦੋਹਾਂ ਕਥਿਤ ਜਿਹੜਾ ਹੈਗਾ ਦੋਸ਼ੀਆਂ ਦੇ ਖਿਲਾਫ। ਸਿੱਧੂ ਸਾਹਿਬ, ਪਹਿਲਾਂ ਮੈਂ ਮਿੱਡਾ ਸਾਹਿਬ ਦੀ ਗੱਲ ਦਾ ਜਵਾਬ ਦਊਂਗਾ ਜੀ। ਇਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ, ਦੇਖੋ ਸ਼੍ਰੋਮਣੀ ਅਕਾਲੀ ਦਲ NDA ਦਾ ਭਾਈਵਾਲ ਸੀ ਔਰ ਅਸੀਂ ਲਗਾਤਾਰ ਕੋਸ਼ਿਸ਼ ਕੀਤੀ। ਅੱਜ ਕਿਸਾਨ ਜਥੇਬੰਦੀਆਂ ਵੀ ਉਹੀ ਕਰ ਰਹੀਆਂ ਨੇ, ਕੇਂਦਰ ਨਾਲ ਗੱਲਬਾਤ। ਅਸੀਂ ਕਿਸਾਨਾਂ ਦੀ ਗੱਲ ਕੇਂਦਰ ਦੀ ਕਿਸਾਨਾਂ ਤੱਕ ਅਸੀਂ ਕੋਸ਼ਿਸ਼ ਕੀਤੀ। ਜਦੋਂ BJP ਨੇ ਧੋਖਾ ਦਿੱਤਾ ਅਸੀਂ ਤਾਂ ਅਸਤੀਫਾ ਵੀ ਦਿੱਤਾ, ਵੋਟ ਵੀ ਉਲਟ ਪਾਈ। ਪਰ ਲੋਕ ਇਹ ਵੀ ਪੁੱਛਣਾ ਚਾਹੁੰਦੇ ਨੇ ਕਿ ਰਾਜ ਸਭਾ ਦੇ ਵਿੱਚ ਜਿੱਥੇ ਕਾਂਗਰਸ ਦੇ 33 MP ਗੈਰ ਹਾਜ਼ਰ ਸੀਗੇ, ਅਗਰ ਉਹ MP ਉਹ ਦਿਨ ਵਿਪ ਜਾਰੀ ਹੋਇਆ ਉਹਦਾ ਹਾਜ਼ਰ ਹੁੰਦੇ ਤਾਂ ਰਾਜ ਸਭਾ 'ਚ ਕਾਨੂੰਨ ਪਾਸ ਨਹੀਂ ਹੋ ਸਕਦੇ ਸੀ। ਉਹ ਕਿਸ ਸਮਝੌਤੇ ਤਹਿਤ 33 MP ਰਾਜ ਸਭਾ ਦੇ ਵਿੱਚੋਂ ਗੈਰ ਹਾਜ਼ਰ ਹੋਏ? ਸਾਰਾ ਹਿੰਦੁਸਤਾਨ ਇਸ ਗੱਲ ਨੂੰ ਪੁੱਛਦਾ। ਔਰ ਜਿਹੜੀ ਦੂਸਰੀ ਗੱਲ ਹੈ, ਮੈਂ ਥੋੜਾ ਜਿਹਾ ਕਰੈਕਟ ਕਰਨਾ ਚਾਹੂੰ। ਤੁਸੀਂ ਕਿਹਾ ਕਿ ਇਹ ਬਹੁਤ ਇੱਕ ਇਤਿਹਾਸ ਦੇ ਵਿੱਚ ਪਹਿਲੀ ਘਟਨਾ ਨਹੀਂ, ਇਹ ਬਹੁਤ ਦਰਦਨਾਕ ਘਟਨਾ ਹੈ। ਪਰ ਇਤਿਹਾਸ ਦੇ ਵਿੱਚ ਇਹ ਤੋਂ ਵੀ ਦਰਦਨਾਕ ਘਟਨਾ ਮੈਂ ਉਦੋਂ ਮੰਨਦਾ ਜਦੋਂ 84 ਦੇ ਵਿੱਚ ਦਿੱਲੀ ਦੇ ਵਿੱਚ ਜੈਨੋਸਾਈਡ ਕੀਤਾ ਗਿਆ ਸਿੱਖਾਂ ਦਾ, ਉਦੋਂ ਦਰਦਨਾਕ ਹਿੰਦੁਸਤਾਨ 'ਚ ਕੁਝ ਨਹੀਂ। ਔਰ ਤੀਸਰੀ ਜਿਹੜੀ ਗੱਲ ਹੈ ਅੱਜ ਉੱਥੇ ਇੱਕ ਜੁਡੀਸ਼ੀਅਲ ਪ੍ਰੋਬ ਦੀ, ਤਾਂ ਮੈਂ ਇਹ ਗੱਲ ਨਹੀਂ ਮੰਨ ਸਕਦਾ ਕਿ ਇੱਕ ਕੇਂਦਰੀ ਗ੍ਰਹਿ ਰਾਜ ਮੰਤਰੀ ਜਿਹਦੇ ਮੁੰਡੇ ਦੇ ਖਿਲਾਫ ਬਾਈ ਨੇਮ ਪਰਚਾ ਹੋਵੇ, ਕਤਲ ਦਾ ਪਰਚਾ ਹੋਵੇ, ਅਗਰ ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਆਪਣੀ ਕੁਰਸੀ ਤੇ ਬਣਿਆ ਰਹਿੰਦਾ ਹੈ ਤਾਂ ਫ੍ਰੀ ਤੇ ਫੇਅਰ ਇਨਕੁਆਇਰੀ ਕਿੱਥੋਂ ਹੋ ਸਕਦੀ ਹੈ? ਉਹ ਵੀ ਇੱਕ ਰਿਟਾਇਰਡ ਹਾਈ ਕੋਰਟ ਦਾ ਜੱਜ। ਸਾਨੂੰ ਕੀ ਇਨਸਾਫ ਦੇਣਗੇ ਐਸੀ ਸਥਿਤੀ ਦੇ ਵਿੱਚ? ਸੋ ਮੋਦੀ ਨੂੰ, ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਤੁਰੰਤ ਪ੍ਰਭਾਵ ਨਾਲ ਮਿਸ਼ਰਾ ਨੂੰ ਆਪਣੀ ਕੈਬਨਿਟ ਚੋਂ ਡਿਸਮਿਸ ਕਰਨਾ ਚਾਹੀਦਾ ਹੈ ਔਰ ਸੁਪਰੀਮ ਕੋਰਟ ਦੇ ਕਿਸੇ ਸਿਟਿੰਗ ਜੱਜ ਤੋਂ ਇਸ ਮਾਮਲੇ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਨਹੀਂ ਇਹ ਸਿਰਫ ਜਿੱਦਾਂ ਤੁਸੀਂ ਦੇਖੋਗੇ ਕਿ ਅੱਜ ਤੱਕ ਇੱਕ ਕਤਲ ਦੇ ਮਾਮਲੇ ਦੇ ਵਿੱਚ ਬੰਦਾ ਲੁੜਿੰਦਾ ਹੋਵੇ ਤੇ ਯੂਪੀ ਪੁਲਿਸ ਉਹਨੂੰ ਗ੍ਰਿਫਤਾਰ ਹੀ ਨਾ ਕਰੇ। ਸੋ ਇਹ ਇਨਸਾਫ ਦੇਣ ਵਾਲੇ ਪਾਸੇ ਨੂੰ ਗੱਲ ਨਹੀਂ, ਇਹ ਤਾਂ ਉਲਟਾ ਜ਼ਖਮਾਂ ਤੇ ਨਮਕ ਛਿੜਕਣ ਵਾਲੀ ਗੱਲ ਮੋਦੀ ਸਰਕਾਰ ਤੇ ਯੂਪੀ ਦੀ ਯੋਗੀ ਸਰਕਾਰ ਕਰ ਰਹੀ ਹੈ। ਜੀ ਬਿਲਕੁਲ ਕਲੇਰ ਜੀ। ਜਸਪਾਲ ਜੀ, ਬੀਇੰਗ ਏ ਜਰਨਲਿਸਟ, ਤੁਸੀਂ ਵੀ ਬਹੁਤ ਸਾਰੀਆਂ, ਜਿੱਦਾਂ ਕਲੇਰ ਜੀ ਨੇ ਵੀ ਕਿਹਾ, ਮੰਦਭਾਗੀਆਂ ਘਟਨਾਵਾਂ ਨੂੰ ਪਾਠਕਾਂ ਤੱਕ ਲੈ ਕੇ ਵੀ ਗਏ ਹੋਣਗੇ, ਨਜ਼ਦੀਕ ਤੋਂ ਦੇਖਿਆ ਵੀ ਹੋਵੇਗਾ, ਪਰ ਆਪਣੇ ਆਪ 'ਚ ਇਹ ਵੀ ਇੱਕ ਬਹੁਤ ਵੱਡੀ ਮੰਦਭਾਗੀ ਘਟਨਾ ਹੈ। ਔਰ ਦੇਖੋ, ਲੋਕ ਇਨਸਾਫ ਮੰਗ ਰਹੇ ਹੈ, ਲੜਾਈਆਂ ਲੜ ਰਹੇ ਹੈ, ਬਾਰਡਰਾਂ ਤੇ ਅੰਦੋਲਨ ਚੱਲ ਰਹੇ ਹੈ ਔਰ ਕੋਈ ਕਾਰਵਾਈ ਨਹੀਂ ਹੋ ਰਹੀ। ਔਰ ਸਵਾਲ ਉੱਠ ਰਿਹਾ ਹੈ ਕਿ ਸਾਡਾ ਸੰਵਿਧਾਨਿਕ ਮੁਲਕ ਹੈ, ਜਮਹੂਰੀ ਹੈ, ਕਿਉਂ ਜੀ ਜਮਹੂਰੀਅਤ ਹੈ ਇਸ ਮੁਲਕ ਦੇ ਅੰਦਰ? ਜੋ ਕੁਝ ਵਰਤਾਰਾ ਭਾਜਪਾ ਦੀ ਸਰਕਾਰ ਦੇ ਹੁੰਦਿਆਂ ਵਾਪਰ ਰਿਹਾ। ਜਸਪਾਲ ਜੀ। ਜਗਤਾਰ ਜੀ, ਇੱਕ ਤਾਂ ਮਨੁੱਖਤਾ ਦਾ ਜਿਹੜਾ ਘਾਣ ਹੋਇਆ ਹੈਗਾ ਇਹ ਬਹੁਤ ਵੱਡਾ ਹੋਇਆ। ਇਹ ਜਮਹੂਰੀਅਤ ਦੇ ਵਿੱਚ ਇਹਦਾ ਕਿਤੇ ਕੋਈ ਥਾਂ ਨਹੀਂ ਹੈਗਾ। ਇੱਕ ਜਿਹੜੀਆਂ ਰਾਜਸੀ ਪਾਰਟੀਆਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਆਪਣੀ ਗੱਲ ਬੰਨੀ ਆ, ਆਪਾਂ ਸਾਰਿਆਂ ਦੀ ਗੱਲ ਸੁਣਦੇ ਹੁੰਦੇ ਆ। ਕਲੇਰ ਸਾਹਿਬ ਨੇ ਜਿਵੇਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਸਾਡੇ ਨਾਲ ਧੋਖਾ ਕੀਤਾ। ਇਹ ਧੋਖਾ ਪਹਿਲੀ ਵਾਰ ਨਹੀਂ ਕੀਤਾ। ਜਦੋਂ ਸ਼ਹੀਦ ਊਧਮ ਸਿੰਘ ਨਗਰ ਕਹਿੰਦੇ ਸੀ ਵੀ ਉੱਤਰਾਖੰਡ 'ਚ ਨਹੀਂ ਜਾਣ ਦੇਣਾ, ਉਦੋਂ ਵੀ ਕੀਤਾ ਸੀਗਾ। ਜਦੋਂ ਗੁਜਰਾਤ ਦੇ ਕਿਸਾਨ ਹਾਈ ਕੋਰਟ ਦੇ ਵਿੱਚੋਂ ਕੇਸ ਜਿੱਤ ਗਏ, ਉਦੋਂ ਬਾਅਦ ਮੋਦੀ ਦੀ ਸਰਕਾਰ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਪਾਇਆ। ਇਹਨਾਂ ਨਾਲ ਧੋਖਾ ਕਈ ਵਾਰੀ ਕੀਤਾ ਹੈਗਾ। ਇਹ ਗੱਲ ਜਿਹੜੀ ਆ, ਮੇਰਾ ਭਤੀਜਾ ਹੈਗਾ, ਇਸ ਕਰਕੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਹੈਗਾ। ਸੋ ਪੈਰ ਦੇ ਉੱਤੇ ਇਹਨਾਂ ਨੇ ਹਰ ਬੰਦੇ ਦੇ ਨਾਲ ਧੋਖਾ ਕੀਤਾ। ਸ਼ਿਵ ਸੈਨਾ ਨਾਲ ਧੋਖਾ ਕੀਤਾ, ਉਹ ਇਹਨਾਂ ਨੂੰ ਛੱਡ ਕੇ ਭੱਜ ਗਈ ਹੈ। ਸੋ ਰਾਜਸੀ ਜਿਹੜਿਆਂ ਨੇ ਤਿਕੜਾ ਜੋ ਮਰਜ਼ੀ ਲੜਾਉਣ, ਪਰ ਜਿਸ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਹਾਂ, ਭਾਵੇਂ ਮਿੱਡਾ ਸਾਹਿਬ ਕਰ ਰਹੇ ਨੇ, ਇਹ ਕਲੇਰ ਅਰਸ਼ਦੀਪ ਹੋਰੀ ਕਰ ਰਹੇ ਨੇ ਤੇ ਆਪਾਂ ਵੀ ਸਾਰੇ ਜਿਹੜੇ ਕਰ ਰਹੇ ਹਾਂ, ਇਹ ਮੁੱਦਾ ਮਨੁੱਖਤਾ ਦੇ ਘਾਣ ਦਾ ਮੁੱਦਾ ਹੈਗਾ। ਇਹਨੂੰ ਆਪਾਂ ਰਾਜਨੀਤੀ ਤੋਂ ਜੇ ਪਾਸੇ ਕਰ ਲਈਏ ਤਾਂ ਮੈਂ ਕਹਿੰਦਾ ਸਭ ਤੋਂ ਵਧੀਆ ਹੋਊਗਾ।
ਅੱਜ ਤੱਕ ਤੁਸੀਂ ਮੈਨੂੰ ਦੱਸੋ ਵੀ ਪ੍ਰਧਾਨ ਮੰਤਰੀ ਹੋਵੇ ਦੇਸ਼ ਦਾ, ਉਹਦਾ ਇੱਕ ਵੀ ਸ਼ਬਦ ਇਸ ਮਾਮਲੇ ਦੇ ਵਿੱਚ ਨਾ ਆਵੇ। 700 ਦੇ ਕਰੀਬ ਕਿਸਾਨ ਆਪਣੀਆਂ ਜਾਨਾਂ ਵਾਰ ਜਾਣ, ਇੱਕ ਦਿਨ ਵੀ ਗੱਲ ਨਾ ਆਵੇ। ਜਦੋਂ ਸੈਸ਼ਨ ਚੱਲਦਾ ਸੀ ਉੱਥੇ ਉਹ ਕਹਿੰਦਾ ਸੀ ਕਿ ਮੈਂ ਤਾਂ ਜੀ ਇੱਕ ਕਾਲ ਦੂਰ ਹਾਂ ਕਿਸਾਨਾਂ ਤੋਂ। ਉਹ ਮੇਰੇ ਕੋਲ ਟੈਲੀਫੋਨ ਬਣਿਆ ਹੀ ਨਹੀਂ। ਜੇ ਪ੍ਰਧਾਨ ਮੰਤਰੀ ਸਾਹਿਬ ਜਿਹੜੀ ਤਾਜ਼ਾ ਸੰਯੁਕਤ ਰਾਸ਼ਟਰ ਦਾ ਦੌਰਾ ਕਰਕੇ ਆਏ ਨੇ, ਜੋ ਕੁਝ ਉੱਥੇ ਵਾਪਰਿਆ, ਭਾਵੇਂ ਗੋਦੀ ਮੀਡੀਆ ਨੇ ਨਹੀਂ ਦਿਖਾਇਆ, ਪਰ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਤੇ ਹਰ ਥਾਂ ਦੇ ਉੱਤੇ ਜੋ ਦਿਖਾਇਆ, ਜਿੰਨਾ ਵਿਰੋਧ ਇਸ ਪ੍ਰਧਾਨ ਮੰਤਰੀ ਦਾ ਸੰਯੁਕਤ ਰਾਸ਼ਟਰ ਦੇ ਵਿੱਚ ਹੋਇਆ, ਉਹਦਾ ਮੁੱਖ ਕਾਰਨ ਇਹ ਕਿਸਾਨੀ ਅੰਦੋਲਨ ਸੀ। ਜੇ ਕਿਤੇ ਇਹ ਸੰਯੁਕਤ ਰਾਸ਼ਟਰ ਇਸ ਘਟਨਾ ਲਖੀਮਪੁਰ ਖੇੜੀ ਵਾਲੀ ਤੋਂ ਬਾਅਦ ਚ ਵਾਪਰੀ ਹੁੰਦੀ, ਹੋ ਸਕਦਾ ਇਹਨੂੰ ਸੱਦਾ ਹੀ ਨਾ ਦਿੰਦੇ। ਸੋ ਇਹਨਾਂ ਦੀ ਜਿਹੜੀ ਸਰਕਾਰ ਚੱਲ ਰਹੀ ਆ ਉਹ ਹੋਰ ਤਰੀਕੇ ਨਾਲ ਚੱਲ ਰਹੀ ਹੈ। ਅਸੀਂ ਮਨੁੱਖਤਾ ਨੂੰ ਸਭ ਤੋਂ ਉੱਪਰ ਰੱਖਣਾ ਹੈ। ਇਹਨਾਂ ਨੇ ਮਨੁੱਖਤਾ ਨੂੰ ਪਿੱਛੇ ਕੀਤਾ ਹੋਇਆ। ਤੁਸੀਂ ਕਿੰਨਾ ਦੇਖ ਲਓ, ਜਿਹੜੀ ਕਲੇਰ ਸਾਹਿਬ ਜ਼ਿਆਦਾ ਦੱਸਦੇ ਨੇ ਕਿ ਦੇਸ਼ ਕੇ ਗਦਾਰੋਂ ਕੋ, ਉਦੋਂ ਕਿਸੇ ਸੁਪਰੀਮ ਕੋਰਟ ਨੂੰ ਯਾਦ ਨਹੀਂ ਆਇਆ ਕਿ ਇਸ ਤਰ੍ਹਾਂ ਦੀ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਕਿਸ ਤਰੀਕੇ ਦੇ ਨਾਲ ਘੱਟ ਗਿਣਤੀਆਂ ਦੇ ਹੋਸਟਲਾਂ ਦੇ ਵਿੱਚ ਬੱਚਿਆਂ ਨੂੰ ਕੱਢ ਕੇ ਕੋਹ ਕੇ ਮਾਰਿਆ ਗਿਆ, ਉਹ ਮੰਦਭਾਗਾ ਹੈ। ਜਿਹੜੇ ਪਾਸੇ ਨੂੰ ਦੇਸ਼ ਨੂੰ ਇਹ ਲੋਕ ਲਿਜਾ ਰਹੇ ਨੇ, ਇਸ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ, ਇਹ ਦੂਜਿਆਂ ਨੂੰ ਕਹਿੰਦੇ ਆ ਨਾ ਕਿ ਜ਼ਿੰਮੇਵਾਰ ਨੇ, ਇਹ ਉਸ ਪਾਸੇ ਵੱਲ ਨੂੰ ਆਪ ਤੱਕ ਰਹੇ ਨੇ। ਨਹੀਂ ਤੱਕਣਾ ਚਾਹੀਦਾ। ਭਾਰਤ ਇੱਕ ਹੈ, ਭਾਵੇਂ ਇੱਥੇ ਕਿੰਨੇ ਹੀ ਪ੍ਰਾਂਤ ਨੇ, ਕਿੰਨੀਆਂ ਬੋਲੀਆਂ ਨੇ, ਕਿੰਨੀਆਂ ਭਾਸ਼ਾਵਾਂ ਨੇ, ਕਿੰਨੇ ਹੀ ਧਰਮ ਨੇ। ਸੋ ਜਿਹੜੇ ਮੁਲਕਾਂ ਦੇ ਵਿੱਚ ਜੇ ਕੋਈ ਛੋਟੀ ਜਾਤ ਦਾ ਘੋੜੇ ਤੇ ਚੜ ਕੇ ਆ ਜੇ, ਇੱਕ ਉਹ ਬੱਚਾ ਸੀ ਜਿਹੜਾ ਗਊ ਲੈ ਕੇ ਚੱਲਿਆ ਸੀ ਘਰ ਦੇ ਵਿੱਚ, ਉਹਨੂੰ ਕੁੱਟ ਕੇ ਭੀੜ ਨੇ ਮਾਰਤਾ। ਉਸ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਕਾਨੂੰਨ ਚੱਲ ਰਿਹਾ ਇੱਥੇ। ਸੋ ਜਿਹੜਾ ਕੁਝ ਕਿਸਾਨਾਂ ਦੇ ਨਾਲ ਵੀ ਵਾਪਰਿਆ, ਅੱਜ ਹਰ ਵਿਅਕਤੀ, ਹਰ ਵਰਗ ਦਾ ਲੋਕ ਕਿਸਾਨਾਂ ਦੇ ਨਾਲ ਹੰਝੂ ਬਹਾ ਰਿਹਾ ਹੈ ਔਰ ਕਿਸਾਨਾਂ ਦੇ ਨਾਲ ਡਟ ਕੇ ਖੜਾ ਹੈ। ਜਿਹੜੀ ਲਖੀਮਪੁਰ ਦੇ ਵਿੱਚ ਘਟਨਾ ਵਾਪਰੀ ਹੈ, ਉਹਨਾਂ ਪਰਿਵਾਰਾਂ ਨੂੰ ਦੇਖੋ। ਰਾਜਨੀਤੀ ਮੇਰੇ ਖਿਆਲ ਜੇ ਆਪਾਂ ਨਾ ਕਰੀਏ ਤਾਂ ਜ਼ਿਆਦਾ ਵਧੀਆ ਰਹੇਗੀ। ਜੀ ਮਿਹਰਬਾਨੀ ਮਿੱਡਾ ਸਾਹਿਬ। ਇਸੇ ਮੁੱਦੇ ਤੇ ਸਵਾਲ ਕਲੇਰ ਜੀ ਨੇ ਤਾਂ ਕਿਹਾ ਹੀ ਹੈ ਕਿ ਕਾਂਗਰਸ ਉਦੋਂ ਕਿੱਥੇ ਸੀ, ਤੋਂ ਪਾਰਲੀਮੈਂਟ ਦੇ ਅੰਦਰ ਇਹਨਾਂ ਦੇ ਇੰਨੇ ਪਾਰਲੀਮੈਂਟ ਮੈਂਬਰ ਸੀ, ਦੇ ਬਾਵਜੂਦ ਉਹਨਾਂ ਨੇ ਕੋਈ ਆਵਾਜ਼ ਨਹੀਂ ਉਠਾਈ। ਤੇ ਉਹਨਾਂ ਦਾ ਸਵਾਲ ਹੈ, ਕੁਐਸਚਨ ਕੀਤਾ ਹੈ। ਦੂਜੀ ਜਿਹੜੀ ਗੱਲ ਹੈ, ਜੋ ਕੁਝ ਵਾਪਰਿਆ, ਜਿਸ ਤਰੀਕੇ ਦੀ ਸਮੁੱਚੇ ਪੰਜਾਬੀਆਂ 'ਚ ਇੱਕ ਪੀੜ ਹੈ, ਇੱਕ ਦਰਦ ਹੈ, ਜਿੱਦਾਂ ਜਸਪਾਲ ਉਹਨਾਂ ਨੇ ਕਿਹਾ ਕਿ ਰਾਜਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਮਤਭੇਦ ਹੋ ਸਕਦੇ ਆ, ਪਰ ਇਸ ਮੁੱਦੇ ਤੇ ਲਾਗੇ ਰਹਿ ਕੇ ਸਾਰੀਆਂ ਧਿਰਾਂ ਨੂੰ ਆਪਣੀ ਆਪਣੀ ਜਗ੍ਹਾ ਤੇ ਇੱਕ ਬਹੁਤ ਵੱਡੀ ਪੀੜ ਹੈ। ਇੱਕ ਗੱਲ। ਦੂਜੀ ਜਿਹੜੀ ਰਾਜਸੀ ਤੌਰ ਤੇ ਗੱਲ ਦੇ ਵਖਰੇਵੇਂ ਆ ਰਹੇ, ਕਿਤੇ ਇਹ ਵੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੈ, ਉਹ ਵੀ ਬਹੁਤ ਵੱਡੀ ਪੱਧਰ ਤੇ ਪ੍ਰਭਾਵਿਤ ਹੋ ਸਕਦੀਆਂ, ਜਿੱਦਾਂ ਦੀਆਂ ਮੰਦਭਾਗੀਆਂ ਘਟਨਾਵਾਂ ਕੌਮੀ ਪੱਧਰ ਤੇ ਵਾਪਰ ਰਹੀਆਂ, ਜਾਂ ਜਿੱਦਾਂ ਦਾ ਕਿਸਾਨ ਅੰਦੋਲਨ ਨੂੰ ਲੈ ਕੇ ਮਸਲੇ ਉੱਠ ਰਹੇ ਹੈ। ਜੀ ਮਿੱਡਾ ਜੀ। ਸਿੱਧੂ ਸਾਹਿਬ, ਮੇਰਾ ਜਿਹੜਾ ਹੈ ਜਾਤੀ ਤੌਰ ਤੇ ਮੰਨਣਾ ਹੈ ਕਿ ਜੇਕਰ ਜਿਹੜੇ ਕਾਲੇ ਕਾਨੂੰਨ ਨੇ, ਇਹਨਾਂ ਕਾਨੂੰਨਾਂ ਨੂੰ ਜੇ ਕੋਈ ਵਾਪਸ ਕਰਾਉਣਾ ਚਾਹਵੇ ਤਾਂ ਸਭ ਤੋਂ ਜਿਹੜੇ ਸਮਰੱਥ ਜੇ ਕੋਈ ਵਿਅਕਤੀ ਹੈ ਤਾਂ ਉਸਦਾ ਨਾਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ। ਔਰ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦਾ ਇਹਨਾਂ ਦੇ ਉਹ ਜਿਹੜੇ ਸ਼ਬਦ ਨੇ ਉਹ ਸਾਰਿਆਂ ਨੂੰ ਯਾਦ ਨੇ ਕਿ ਇਹਨਾਂ ਦਾ ਬਹੁਤ, ਇਹ ਕਹਿੰਦੇ ਹੁੰਦੇ ਸੀ ਸਾਡਾ ਨੌ ਤੇ ਮਾਸ ਵਾਲਾ ਰਿਸ਼ਤਾ ਹੈ। ਔਰ ਉਹ ਜਿਹੜਾ ਜਿਸ ਦੇ ਵਿੱਚ ਤੁਸੀਂ ਪਿੱਛੇ ਜਾ ਕੇ ਵੇਖੋ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਮੂੰਹ ਦੇ ਸ਼ਬਦ ਦੇ ਨਾਲ ਹੀ ਉਹਨਾਂ ਦੇ ਟੱਬਰ ਦਾ, ਕਦੇ ਉਹਨਾਂ ਦਾ ਪੁੱਤ ਮੰਤਰੀ ਬਣ ਜਾਂਦਾ ਸੀ, ਕਦੇ ਉਹਨਾਂ ਦੀ ਨੌਂ ਮੰਤਰੀ ਬਣ ਜਾਂਦੀ ਸੀ। ਜਿਹੜੀ ਵੀ ਗੱਲ ਉਹ ਭਾਰਤੀ ਜਨਤਾ ਪਾਰਟੀ ਨੂੰ ਕਹਿੰਦੇ ਰਹੇ ਪਿਛਲੇ ਸਮੇਂ ਦੇ ਵਿੱਚ, ਉਹ ਮੰਨੀ ਜਾਂਦੀ ਰਹੀ ਹੈ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਅਕਾਲੀ ਦਲ ਸੁਹਿਰਦ ਹੋਵੇ ਕਿਸਾਨਾਂ ਪ੍ਰਤੀ, ਜੇ ਇਹ ਦਿਲੋਂ ਚਾਹੁੰਦੇ ਹੋਣ ਤਾਂ ਇਹ ਜਿਹੜੀ ਹੈ ਪ੍ਰਕਾਸ਼ ਸਿੰਘ ਬਾਦਲ ਨਰਿੰਦਰ ਮੋਦੀ ਔਰ ਕਿਸਾਨਾਂ ਦੇ ਵਿੱਚ ਜਿਹੜੀ ਹੈ ਉਹ ਇਸ ਤੋਂ ਪਹਿਲਾਂ ਦੀ ਮੀਟਿੰਗ ਕਰਵਾ ਸਕਦੇ ਸਨ। ਕਿਸਾਨਾਂ ਨੂੰ ਇੰਨੇ ਸਾਲ ਨਾ ਕੱਟਣਾ ਪੈਂਦਾ। ਮਿੱਡਾ ਜੀ ਜਵਾਬ ਲੈਣੇ ਆ, ਪਰ ਜਿਹੜੀ ਸਵਾਲ ਉਹਨਾਂ ਨੇ ਵੀ ਲਿਆਂਦਾ, ਉਹ ਕਹਿੰਦੇ ਪਾਰਲੀਮੈਂਟ ਦੇ ਅੰਦਰ ਜਿਹੜੇ ਇੰਨੇ ਪਾਰਲੀਮੈਂਟ ਮੈਂਬਰ ਸੀ ਕਾਂਗਰਸ ਦੇ, ਉਹਨਾਂ ਪਾਰਲੀਮੈਂਟ ਮੈਂਬਰਾਂ ਨੇ ਤਾਂ ਕੋਈ ਆਵਾਜ਼ ਨਹੀਂ ਉਠਾਈ, ਅਕਾਲੀ ਦਲ ਨੇ ਤਾਂ ਵਿਰੋਧ ਕੀਤਾ, ਅਸਤੀਫਾ ਦਿੱਤਾ। ਜੀ ਮੈਂ ਇਹ ਗੱਲ ਕਹਿਣਾ ਕਿ ਇਹਨਾਂ ਨੇ ਤਾਂ ਸ਼ਾਇਦ ਉਹ ਵੀਡੀਓ ਨਹੀਂ ਸੁਣੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਨੇ ਕਿਸਾਨੀ ਦੇ ਹੱਕ 'ਚ ਬੋਲਦਿਆਂ ਦੀਆਂ ਸੁਣੀਆਂ, ਪਰ ਮੈਂ ਜਿਹੜੀ ਹੈ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਸਰਦਾਰ ਰਵਨੀਤ ਸਿੰਘ ਬਿੱਟੂ ਦਾ ਜੇ ਇਹਨਾਂ ਨੂੰ ਉਹ ਭਾਸ਼ਣ
ਜਿਹੜਾ ਉਹਨਾਂ ਨੇ ਪਾਰਲੀਮੈਂਟ 'ਚ ਦਿੱਤਾ ਹੈ ਉਹ ਗੂਗਲ ਤੇ ਪਿਆ, ਰਿਕਾਰਡ ਤੇ ਹੈ, ਉਸ ਨੂੰ ਸੁਣਨ, ਉਸ ਨੂੰ ਦੇਖਣ ਕਿ ਉਹਨਾਂ ਨੇ ਜਿੰਨੇ ਸੋਹਣੇ ਸ਼ਬਦਾਂ ਦੇ ਨਾਲ, ਜਿੰਨੇ ਜ਼ੋਰਦਾਰ ਵਿਰੋਧ ਦੇ ਨਾਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੀਸ਼ਾ ਵੀ ਵਿਖਾਇਆ ਸੀ ਔਰ ਨਾਲ ਦੀ ਨਾਲ ਅੰਜਾਮ ਵੀ ਦੱਸਿਆ ਸੀ ਵੀ ਇਹ ਅੰਜਾਮ ਹੋਏਗਾ, ਇਸ ਤਰ੍ਹਾਂ ਦੀ ਦੁਰਦਸ਼ਾ ਬਣੀ। ਜੀ ਮੰਡਾਈ, ਤੁਹਾਡਾ ਵਿਊ ਪੜ੍ਹਨਾ ਗਿਆ ਕਲੀਅਰ ਜੀ। ਇਸ ਮੁੱਦੇ ਤੇ ਤੁਸੀਂ ਜਵਾਬ ਤਾਂ ਦਿਓਗੇ, ਪਰ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਜੇ ਅਜੇ ਵੀ ਕਾਲੇ ਕਾਨੂੰਨ ਰੱਦ ਹੋ ਸਕਦੇ ਤਾਂ ਇਸ ਮੁਲਕ 'ਚ ਇੱਕੋ ਨੇਤਾ ਤੇ ਉਹਨਾਂ ਦਾ ਨਾਮ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ। ਕਲੀਅਰ ਜੀ। ਸਿੱਧੂ ਸਾਹਿਬ ਦੇਖੋ, ਮੈਂ ਬੜਾ ਸਪਸ਼ਟ ਹਾਂ। 17 ਸਤੰਬਰ ਦਾ ਦਿਨ ਸੀ 2020 ਦਾ, ਸਵੇਰੇ 10 ਵਜੇ ਦਾ ਸਮਾਂ ਸੀ। ਬੀਜੇਪੀ ਦੇ ਜਿਹੜੇ ਨੈਸ਼ਨਲ ਪ੍ਰਧਾਨ ਨੇ ਉਹਨਾਂ ਦੇ ਘਰੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਬੜਾ ਸਪਸ਼ਟ ਕਰਤਾ ਸੀ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਵੀ ਉੱਥੇ ਰੱਖਤੀ ਸੀ ਕਿ ਅਗਰ ਅੱਜ ਬੀਜੇਪੀ ਇਹ ਕਾਨੂੰਨਾਂ ਨੂੰ ਸਿਲੈਕਟ ਕਮੇਟੀ ਨੂੰ ਨਹੀਂ ਭੇਜਦੀ ਔਰ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਊਗੀ ਤਾਂ ਅਸੀਂ ਸਾਥ ਛੱਡ ਦਿਆਂਗੇ ਬੀਜੇਪੀ ਦਾ, ਅਸੀਂ ਵਜ਼ੀਰੀ ਵੀ ਛੱਡ ਦਿਆਂਗੇ ਔਰ ਡਟ ਕੇ ਅਸੀਂ ਵਿਰੋਧਤਾ ਕਰਾਂਗੇ। ਸੋ ਜੇ ਬੀਜੇਪੀ ਨੂੰ ਉਸ ਗੱਲ ਦਾ ਕੋਈ ਅਸਰ ਨਹੀਂ ਹੋਇਆ ਔਰ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਘਰੇ ਬੈਠਿਆਂ ਦਾ ਅਸਰ ਨਹੀਂ ਹੋਇਆ ਤਾਂ ਮਿੱਡਾ ਸਾਹਿਬ ਕੀ ਗੱਲਾਂ ਕਰਦੇ ਨੇ। ਇਹ ਹਲੇ ਤੱਕ ਵੀ ਮੇਰੀ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ ਕਿ ਰਾਜ ਸਭਾ ਦੇ ਵਿੱਚ 33 ਮੈਂਬਰ ਪਾਰਲੀਮੈਂਟ ਐਬਸੈਂਟ ਕਿਉਂ ਹੋਏ, ਕੋਈ ਵਿਪ ਕਿਉਂ ਨਹੀਂ ਜਾਰੀ ਕੀਤਾ ਗਿਆ, ਕਿੱਥੇ ਸੀ ਰਾਹੁਲ ਗਾਂਧੀ, ਸੋਨੀਆ ਗਾਂਧੀ ਉਸ ਵੇਲੇ ਕਿ ਰਾਜ ਸਭਾ ਦੇ ਵਿੱਚ ਅਗਰ 33 ਐਮਪੀ ਹੁੰਦੇ ਤਾਂ ਜਿਹੜਾ ਵਿਪਕਸ਼ ਸੀ ਉਹਦੇ ਕੋਲ ਨੰਬਰ ਜ਼ਿਆਦਾ ਸੀ, ਇਹ ਕਾਨੂੰਨ ਪਾਸ ਹੀ ਨਹੀਂ ਹੋ ਸਕਦੇ ਸੀ। ਇਸ ਗੱਲ ਦਾ ਜਵਾਬ ਮਿੱਡਾ ਸਾਹਿਬ ਕੋਲੇ ਨਹੀਂ, ਇਹ ਗੱਲ ਨੂੰ ਘੁਮਾ ਰਹੇ ਨੇ। ਔਰ ਜਿਹੜੀ ਦੂਸਰੀ ਵੱਡੀ ਗੱਲ ਹੈ, ਮੈਂ ਸਾਹਿਬ ਉਰੇ ਫੇਰ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਕਾਨੂੰਨ ਗਲਤ ਨੇ। ਇਹਦਾ ਸਟੈਂਡ ਤਾਂ ਸਭ ਦਾ ਸਪਸ਼ਟ ਹੈ, ਕੱਲੀ ਇੱਕ ਕਾਂਗਰਸ ਪਾਰਟੀ ਹੈ, ਚਾਹੇ ਪੰਜਾਬ ਦੇ ਵਿੱਚ ਹੋਵੇ। ਕਿਉਂ ਨਵਜੋਤ ਸਿੱਧੂ ਨੇ ਕਹੀ ਇਹ ਗੱਲ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਸੋਧਾਂ ਕਰਕੇ ਕਾਨੂੰਨ ਮੰਨਿਆ, ਇਹ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਹੈ। ਮੈਂ ਹੈਰਾਨ ਹਾਂ ਕਿ ਮਿੱਡਾ ਸਾਹਿਬ ਪਾਰਟੀ ਦੇ ਪ੍ਰਵਕਤਾ ਹੋ ਕੇ ਪਾਰਟੀ ਦੀ ਪ੍ਰਧਾਨ ਦੀ ਗੱਲ ਨਹੀਂ ਮੰਨਦੇ। ਇਹ ਮੇਰੇ ਲਈ ਉਹ ਤੋਂ ਵੀ ਜ਼ਿਆਦਾ ਹੈਰਾਨੀ ਦਾ ਵਿਸ਼ਾ। ਸੋ ਕਿਤੇ ਨਾ ਕਿਤੇ ਮੈਂ ਸਾਹਿਬ ਅੱਜ ਵੀ ਉਸੇ ਗੱਲ ਦੇ ਉੱਤੇ ਖੜਾ ਹਾਂ ਕਿ ਕਾਲੇ ਕਾਨੂੰਨ ਮੋਦੀ ਸਾਹਿਬ ਨੂੰ ਜਾਂ ਤਾਂ ਵਾਪਸ ਲੈਣੇ ਪੈਣੇ ਨੇ, ਨਹੀਂ 2024 ਦੇ ਵਿੱਚ ਦੇਸ਼ ਦੀ ਜਨਤਾ ਮੋਦੀ ਸਾਹਿਬ ਨੂੰ ਇਹ ਤੋਂ ਆਪ ਹੀ ਲਾਂਭੇ ਕਰ ਦੂਗੀ ਔਰ ਜਿਹੜੀ ਨਵੀਂ ਸਰਕਾਰ ਹੈ ਉਹ ਕਿਸਾਨੀ ਹਿੱਤਾਂ ਨੂੰ ਵਿਚਾਰ ਕੇ ਇਹ ਕਾਨੂੰਨਾਂ ਨੂੰ ਰੱਦ ਜ਼ਰੂਰ ਕਰੇਗੀ। ਮਿਹਰਬਾਨੀ ਕਲੇਰ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਜਸਪਾਲ ਜੀ, ਇੱਕ ਵੱਖਰਾ ਸਵਾਲ ਜਿਹੜਾ ਮੈਂ ਮਿੱਡਾ ਜੀ ਨਾਲ ਕੀਤਾ ਸੀ ਤੁਹਾਡੇ ਤੋਂ ਇਸ ਕਰਕੇ ਲੈਣਾ ਚਾਹੁੰਦਾ ਕਿ ਬੀਇੰਗ ਏ ਜਰਨਲਿਸਟ, ਜੋ ਕੁਝ ਵਰਤਾਰਾ ਲਖੀਮਪੁਰ ਦੇ ਵਿੱਚ ਜੋ ਹਾਈ ਹੈ ਮੰਦਭਾਗੀ ਘਟਨਾ, ਸਾਰਾ ਪੰਜਾਬ ਇਸ ਦੇ ਨਾਲ ਵਿਲੁੰਦਰਿਆ ਗਿਆ, ਜੋ ਕੁਝ ਵਾਪਰਿਆ ਆਪਾਂ ਸਭ ਦੇ ਸਾਹਮਣੇ ਹੈ। ਪਰ ਇਸ ਦੇ ਬਾਵਜੂਦ ਇੱਕ ਸਵਾਲ ਤਾਂ ਖੜਾ ਹੀ ਹੈ ਕਿ ਜੋ ਇਹ ਵਰਤਾਰਾ ਹੈ, ਚਾਹੇ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਦੇ ਮੁੱਦੇ ਤੇ ਲੜਾਈ ਲੜੀ ਜਾ ਰਹੀ ਹੈ, ਚਾਹੇ ਇਸ ਵੇਲੇ ਯੂਪੀ ਦੇ ਵਿੱਚ ਜਿਹੜਾ ਇਸ ਗੱਲ ਤੇ ਬਹੁਤ ਵੱਡੀ ਲੜਾਈ ਛਿੜ ਗਈ ਹੈ ਨਿਆਂ ਤੇ ਇਨਸਾਫ ਦੇਣ ਦੇ ਲਈ। ਕੱਲ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਆਉਣੀਆਂ, ਕਿਧਰੇ ਰਾਸ਼ਟਰੀ ਤਰ੍ਹਾਂ ਇਹ ਵੀ ਦੇਖ ਰਹੀਆਂ ਕਿ ਇਹਦਾ ਬਹੁਤ ਵੱਡਾ ਇੰਪੈਕਟ ਪਏਗਾ ਉਹਨਾਂ ਚੋਣਾਂ ਦੇ ਉੱਤੇ। ਪਤਾ ਨਹੀਂ ਗੱਲ ਕਿਸ ਪਾਸੇ ਵੱਲ ਨੂੰ ਜਾ ਸਕਦੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਸਿੱਧੂ ਸਾਹਿਬ, ਇਹਦੇ ਵਿੱਚ ਕੋਈ ਸ਼ੱਕ ਨਹੀਂ ਸਿੱਧੂ ਸਾਹਿਬ ਕਿ ਇਹਦਾ ਅਸਰ ਚੋਣਾਂ ਤੇ ਪਵੇਗਾ। ਮੈਂ ਫਿਰ ਆਪਣੀ ਗੱਲ ਦੁਹਰਾਉਣਾ ਵੀ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਰਾਹੀਂ ਕੀਤਾ ਗਿਆ, ਕਿਉਂਕਿ ਕੁਝ ਸਮਾਂ ਪਹਿਲਾਂ ਇਹੀ ਮੰਤਰੀ ਲਖੀਮਪੁਰ ਦੇ ਕੋਲੇ ਕਹਿ ਰਿਹਾ ਸੀ ਕਿ ਜੇ ਇਹ ਬਾਜ ਨਾ ਆਏ ਤਾਂ ਇਹਨਾਂ ਨੂੰ ਲਖੀਮਪੁਰ ਛਡਾ ਦਿਆਂਗੇ। ਇਸ ਕਰਕੇ ਇਹ ਗੱਲ ਤੁਹਾਡੀ ਦਰੁਸਤ ਹੈ, ਇਹਦਾ ਅਸਰ ਹਰ ਹਾਲਤ ਦੇ ਵਿੱਚ ਪਵੇਗਾ। ਸਾਰੀਆਂ ਰਾਜਸੀ ਪਾਰਟੀਆਂ 'ਚ ਦੌੜ ਲੱਗੀ ਵੀ ਹੈ, ਕਿਉਂਕਿ 2022 ਦਾ ਦੰਗਲ ਜਿਹੜਾ ਕੋਈ ਬਹੁਤਾ ਦੂਰ ਨਹੀਂ ਰਿਹਾ। ਜੇ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ, ਕਾਂਗਰਸ ਹੈ, ਅਕਾਲੀ ਦਲ ਹੈ ਜਾਂ ਆਮ ਆਦਮੀ ਪਾਰਟੀ ਹੈ ਜਾਂ ਕੋਈ ਹੋਰ ਧਿਰ ਹੈ, ਉਹਨਾਂ ਨੇ ਇੱਥੇ ਜਾਣਾ। ਇਸੇ ਤਰ੍ਹਾਂ ਯੂਪੀ ਦੇ ਵਿੱਚ ਵੀ ਉੱਥੋਂ ਦੀ ਕਾਂਗਰਸ ਨੇ ਵੀ ਜਾਣਾ ਹੈ, ਜਿਹੜੀ ਸਮਾਜਵਾਦੀ ਪਾਰਟੀ ਹੈ ਉਹਨਾਂ ਨੇ ਵੀ ਜਾਣਾ, ਬਹੁਜਨ ਸਮਾਜ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਤਾਂ ਉੱਥੇ ਹੈਗੀ ਹੈ, ਉਹਨਾਂ ਨੇ ਵੀ ਚੋਣਾਂ ਲੜਨੀਆਂ ਨੇ। ਤੁਸੀਂ ਇੱਕ ਗੱਲ ਇਸ ਤੋਂ ਪਹਿਲਾਂ ਕੀਤੀ ਸੀ ਵੱਡੇ ਬਾਦਲ ਸਾਹਿਬ ਬਾਰੇ, ਵੀ ਵੱਡੇ ਬਾਦਲ ਸਾਹਿਬ ਇਸ ਨੂੰ ਰੱਦ ਕਰਾ ਸਕਦੇ ਨੇ, ਪਰ ਤੁਸੀਂ 3 ਸਤੰਬਰ 2020 ਦਾ ਬਾਦਲ ਸਾਹਿਬ ਦਾ ਉਹ ਬਿਆਨ ਵੀ ਸੁਣਿਆ ਹੋਵੇਗਾ ਜਦੋਂ ਕਿਹਾ ਸੀ ਕਿ ਇਹ ਤਾਂ ਕਾਨੂੰਨ ਹੀ ਬੜੇ ਵਧੀਆ ਬਣਾਤੇ। ਜੇ ਉਹਨਾਂ ਤੋਂ ਉਸ ਵੇਲੇ ਉਹ ਬਿਆਨ ਨਾ ਦਵਾਇਆ ਜਾਂਦਾ ਤਾਂ ਬਿਲਕੁਲ ਸਹੀ ਹੈ। ਬਾਦਲ ਸਾਹਿਬ ਇੱਕ ਸਮਰੱਥ ਅਧਿਕਾਰ ਨੇ, ਸਭ ਤੋਂ ਬਜ਼ੁਰਗ ਸਿਆਸਤਦਾਨ ਨੇ, ਬਹੁਤ ਵੱਡੇ ਨੇ, ਉਹਨਾਂ ਦਾ ਸਾਰੀ ਸਤਿਕਾਰ ਕਰਦੇ ਨੇਗੇ। ਸੋ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਉਹਨੂੰ ਵਰਤਿਆ ਜਾ ਸਕਦਾ ਸੀ, ਪਰ ਹੁਣ ਦੂਰ ਲੰਘ ਗਈ ਗੱਲ ਬਹੁਤ ਜ਼ਿਆਦਾ ਜਾ ਕੇ। ਉਹ ਜਿਹੜੀ ਗੱਲ ਉਸ ਪਾਸੇ ਵੱਲ ਨਹੀਂ ਰਹੀ। ਸੋ ਮੈਂ ਜਿਹੜੀ ਗੱਲ ਕਹਿਣਾ ਹੈ ਕਿ ਰਾਜਸੀ ਪਾਰਟੀਆਂ ਜੋ ਮਰਜ਼ੀ ਰਾਜਸੀ ਤਿਕੜਮਬਾਜ਼ੀਆਂ ਆਪਦੀਆਂ ਕਰਨ, ਘੱਟੋ ਘੱਟ ਇਸ ਮੁੱਦੇ ਦੇ ਉੱਤੇ ਇਹ ਰਾਜਨੀਤੀ ਨੂੰ ਛੱਡ ਕੇ ਇੱਕ ਸਾਂਝਾ ਪਲੇਟਫਾਰਮ, ਸਾਂਝੀ ਕਮੇਟੀ ਤਿਆਰ ਕਰਕੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲ ਕਰਨ।
ਜੀ ਆਪਾਂ ਜਵਾਬ ਲੈਣਾ ਕਲੀਅਰ ਜੀ। ਡੈਫੀਨਿਟਲੀ ਤੁਸੀਂ ਆਪਣੇ ਕਮੈਂਟ ਕਰੋ, ਪਰ ਸੰਖੇਪ ਦੇ ਵਿੱਚ, ਕਿਉਂਕਿ ਸਮੇਂ ਦੀ ਮਜਬੂਰੀ ਆ, ਹੋਰ ਕੋਈ ਗੱਲ ਨਹੀਂ। ਕਲੀਅਰ ਸਾਹਿਬ। ਨਹੀਂ, ਮੈਂ ਇਸ ਗੱਲ ਦਾ ਫਿਰ ਜਵਾਬ ਦੇਣਾ ਚਾਹੁੰਦਾ ਜੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਸ ਵੀਡੀਓ ਦਾ ਜ਼ਿਕਰ ਹੁੰਦਾ, ਮੈਂ ਬਾਰ-ਬਾਰ ਕਹਿਣਾ ਕਿ ਬੀਜੇਪੀ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਭਰੋਸਾ ਦਿਵਾਉਂਦੀ ਰਹੀ ਕਿ ਜੋ ਕਿਸਾਨਾਂ ਦੀਆਂ ਗੱਲਾਂ ਨੇ, ਜੋ ਖਦਸ਼ੇ ਨੇ, ਇਹ ਦੂਰ ਕੀਤੇ ਬਿਨਾਂ ਬਿੱਲ ਨਹੀਂ ਲੈ ਕੇ ਆਏ ਜਾਣਗੇ। ਔਰ ਲਗਾਤਾਰ ਅਸੀਂ ਇਸ ਗੱਲ ਤੇ ਕਹਿੰਦੇ ਆ ਕਿ ਐਮਐਸਪੀ ਯਕੀਨੀ ਹੋਣੀ ਚਾਹੀਦੀ ਹੈ, ਐਮਐਸਪੀ ਤੇ ਖਰੀਦ ਯਕੀਨੀ ਹੋਣੀ ਚਾਹੀਦੀ ਹੈ। ਔਰ ਇਹ ਅੱਜ ਵੀ ਸਾਡਾ ਸਟੈਂਡ ਹੈ ਕਿ ਤਿੰਨੇ ਕਾਲੇ ਕਾਨੂੰਨ ਇਹ ਰੱਦ ਹੋਣੇ ਚਾਹੀਦੇ ਨੇ। ਸੋ ਬਾਰ-ਬਾਰ ਆਪਾਂ ਉਹੀ ਗੱਲ ਦੇ ਉੱਤੇ ਜਾਈਏ। ਮੈਂ ਤਾਂ ਇੱਕ ਗੱਲ ਕਹੂੰਗਾ ਜੀ ਕਿ ਜਦੋਂ ਸਟੈਂਡ ਲੈਣ ਦਾ ਸਮਾਂ ਆਇਆ, ਸ਼੍ਰੋਮਣੀ ਅਕਾਲੀ ਦਲ ਨੂੰ ਸਦਾ ਇਹ ਫਕਰ ਹੈ ਕਿ ਉਹ ਲਕੀਰ ਦੇ ਸਹੀ ਪਾਸੇ ਖੜਾ ਹੈ, ਉਹ ਕਿਸਾਨਾਂ ਦੇ ਪਾਸੇ ਖੜਾ ਹੈ। ਔਰ ਅਸੀਂ ਬੀਜੇਪੀ ਦਾ ਸਾਥ ਛੱਡ ਚੁੱਕੇ ਹਾਂ, ਅਸਤੀਫਾ ਦੇ ਚੁੱਕੇ ਹਾਂ, ਛੱਡ ਚੁੱਕੇ ਹਾਂ। ਅੱਜ ਸਵਾਲ ਉਹ ਲੋਕਾਂ ਤੇ ਹੈ ਜਿਹੜੇ ਗੱਲਾਂ ਤਾਂ ਕਰਦੇ ਰਹੇ ਪਰ ਰਾਜ ਸਭਾ ਦੇ ਵਿੱਚ ਮੈਜੋਰਿਟੀ ਹੁੰਦੇ ਹੋਏ ਵੀ ਕਾਨੂੰਨ ਪਾਸ ਹੋਣ ਦਿੱਤੇ। ਓਕੇ ਜੀ, ਤੁਹਾਡਾ ਵੀ ਪੁਆਇੰਟ ਆ ਗਿਆ, ਪਹਿਲਾਂ ਵੀ ਆ ਗਿਆ। ਉਹ ਇਸ ਗੱਲਾਂ ਦਾ ਜਵਾਬ ਦੇਣਗੇ ਤਾਂ ਲੋਕ ਉਹਨਾਂ ਨੂੰ ਬਖਸ਼ਣਗੇ ਨਹੀਂ, ਲੋਕ ਬਖਸ਼ਣਗੇ ਨਹੀਂ ਉਹਨਾਂ ਨੂੰ। ਓਕੇ ਕਲੀਅਰ ਜੀ, ਤੁਹਾਡਾ ਵੀ ਪੁਆਇੰਟ ਆ ਗਿਆ। ਲਾਸਟ ਕਮੈਂਟ ਮਿੰਟਾ ਸਾਹਿਬ, ਜਸਪਾਲ ਹੁਣਾਂ ਨੇ ਪਹਿਲਾਂ ਇੱਕ ਕਮੈਂਟ ਕੀਤਾ ਸੀ, ਕਿਉਂਕਿ ਤੁਸੀਂ ਹਾਕਮਦਰ ਦੀ ਨੁਮਾਇੰਦਗੀ ਕਰ ਰਹੇ ਹੋ, ਖੁੱਲ੍ਹਦਿਲੀ ਦੇ ਨਾਲ ਜਿਹੜਾ ਕਿ ਇਸ ਮੁੱਦੇ ਤੇ ਜਵਾਬ ਸ਼ਾਇਦ ਸਾਰੇ ਦਰਸ਼ਕ ਵੀ ਉਡੀਕਦੇ ਹੋਣਗੇ। ਜਸਪਾਲ ਹੁਣਾਂ ਨੇ ਗੱਲ ਕਹੀ ਹੈ ਕਿ ਇਸ ਮੁੱਦੇ ਦੇ ਉੱਤੇ ਬਹੁਤ ਹੀ ਮੰਦਭਾਗਾ ਔਰ ਦਰਦਨਾਕ ਵਰਤਾਰਾ ਜੋ ਕੁਝ ਵਾਪਰਿਆ ਲਖੀਮਪੁਰ ਦੇ ਵਿੱਚ, ਕਿਉਂ ਨਹੀਂ ਸਾਰੀਆਂ ਰਾਜਸੀ ਧਿਰਾਂ ਦੀ ਇੱਕ ਮੀਟਿੰਗ ਬੁਲਾ ਕੇ ਦਬਾਅ ਬਣਾਇਆ ਜਾਵੇ ਯੂਪੀ ਦੇ ਉੱਤੇ, ਕੇਂਦਰ ਸਰਕਾਰ ਦੇ ਉੱਤੇ, ਕਿ ਸਾਰਾ ਪੰਜਾਬ ਪੀੜਤ ਪਰਿਵਾਰਾਂ ਦੇ ਨਾਲ ਖੜਾ ਤੇ ਨਿਆਂ ਤੇ ਇਨਸਾਫ ਦੀ ਮੰਗ ਕਰਦਾ ਹੈ। ਇਹੋ ਜਿਹੀ ਪੋਸੀਬਿਲਿਟੀ ਹੋ ਸਕਦੀ ਹੈ ਮਿੱਠਾ ਸਾਹਿਬ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਘੱਟੋ ਘੱਟ ਕੁਝ ਮੁੱਦੇ ਆ ਜਿਨ੍ਹਾਂ ਦੇ ਉੱਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਵੀ ਕੋਈ ਗੱਲ ਹੋਣੀ ਚਾਹੀਦੀ ਹੈ। ਹਰ ਗੱਲ 'ਚ ਰਾਜਨੀਤੀ ਨਹੀਂ, ਰਾਜਨੀਤੀ ਲਈ ਬਹੁਤ ਸਾਰੇ ਮੌਕੇ ਹੁੰਦੇ ਆ ਜੀ। ਦੇਖੋ ਸਿੱਧੂ ਸਾਹਿਬ, ਮੈਂ ਤਾਂ ਬਿਲਕੁਲ ਮੈਂ ਇਸ ਗੱਲ ਦੀ ਹਮਾਇਤ ਕਰਦਾ। ਔਰ ਮੈਂ ਗੱਲ ਇਹ ਦੱਸਣੀ ਚਾਹਣਾ ਕਿ ਕਿਉਂਕਿ ਇੱਕ ਜਿਹੜਾ ਜਿੰਨੇ ਵੀ ਸੰਯੁਕਤ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਨੇ ਔਰ ਉਹਨਾਂ ਜਥੇਬੰਦੀਆਂ ਨੇ ਜਿੱਥੇ ਇਹ ਗੱਲ ਇਹ ਕਹੀ ਕਿ ਜਿਹੜੀਆਂ ਵੀ ਰਾਜਨੀਤਿਕ ਧਿਰਾਂ ਨੇ ਉਹ ਕਿਸਾਨੀ ਜਿਹੜੇ ਜਿੱਥੇ ਵੀ ਸਟੇਜ ਹੈ ਉਸ ਤੇ ਸਟੇਜ ਨਾ ਸ਼ੇਅਰ ਕਰਨ, ਔਰ ਜਿਹੜੀ ਵੀ ਕੋਈ ਗੱਲ ਕਰਨੀ ਹੈ ਔਰ ਉਹ ਉਹਨਾਂ ਦੀ ਰਾਏ ਦੇ ਨਾਲ ਹੋਵੇ। ਔਰ ਉਹ ਜਿਹੜੀ ਰਾਏ ਹੈ ਉਹ ਜੇ ਇਹ ਤਾਂ ਚਾਹੇ ਜੋ ਮਰਜ਼ੀ ਕਹਿਣ ਕਲੇਰ ਸਾਹਿਬ, ਸਭ ਤੋਂ ਵੱਧ ਜੇਕਰ ਸਭ ਤੋਂ ਵੱਧ ਉਹ ਕੋਈ ਬੋਲਦੇ ਨੇ ਤੇ ਅਕਾਲੀ ਦਲ ਬਾਦਲ ਦੇ ਖਿਲਾਫ ਹੀ ਬੋਲਦੇ ਨੇ। ਔਰ ਉਹ ਵਾਰ-ਵਾਰ ਇੱਕੋ ਗੱਲ ਕਰਦੇ ਨੇ ਕਿ ਇਹਨਾਂ ਦਾ ਜਿਹੜਾ ਹੈਗਾ, ਇਹਨਾਂ ਦਾ ਜਿਹੜਾ ਕੰਡਕਟ ਹੈ ਉਹ ਕਿਸਾਨ ਦੇ ਰਿਹਾ ਜੀ। ਔਰ ਜਿੱਥੇ ਬਹੁਤ ਸਪਸ਼ਟ ਹੈ। ਮਿਲੇ ਨੇ ਔਰ ਨਰਿੰਦਰ ਮੋਦੀ ਜੀ ਨੂੰ। ਥੈਂਕ ਯੂ ਬਹੁਤ ਬਹੁਤ ਤਿੰਨਾਂ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਲਖੀਮਪੁਰ ਦਰਦਨਾਕ ਵਰਤਾਰਾ, ਸਮੁੱਚੇ ਦੇਸ਼ 'ਚ ਇੱਕੋ ਆਵਾਜ਼ ਉੱਠ ਰਹੀ ਹੈ ਕਿ ਪੀੜਤ ਪਰਿਵਾਰਾਂ ਨੂੰ ਕਿਉਂ ਨਾ ਮਿਲੇ ਇਨਸਾਫ। ਜੇ ਕੇਂਦਰੀ ਗ੍ਰਹਿ ਰਾਜ ਮੰਤਰੀ ਇਸ ਮੁੱਦੇ 'ਚ ਸ਼ਾਮਲ ਹੈ, ਸਵਾਲ ਉੱਠ ਰਿਹਾ ਹੈ ਕਿਉਂ ਨਾ ਹੋਵੇ ਉਸ ਦਾ ਅਸਤੀਫਾ। ਜੇ ਕਿਸੇ ਕੇਂਦਰੀ ਮੰਤਰੀ ਦਾ ਬੇਟਾ ਸਿੱਧੇ ਤੌਰ ਤੇ FIR 'ਚ ਉਹਦਾ ਨਾਂ ਆਉਂਦਾ ਹੈ ਤਾਂ ਕਿਉਂ ਲੋਕਾਂ ਨੂੰ ਬਾਰਡਰਾਂ ਤੇ ਜਾ ਕੇ ਜਿਹੜਾ ਜਦੋਜਹਿਦ ਕਰਨੀ ਪਵੇ ਨਿਆਂ ਲੈਣ ਦੇ ਲਈ, ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਤੇ ਹੋਰ ਦੂਜੀਆਂ ਰਾਜਸੀ ਧਿਰਾਂ ਵੱਲੋਂ ਕੀਤਾ ਜਾ ਰਿਹਾ ਹੈ। ਇਹ ਗੱਲ ਬੜੀ ਸਾਫ਼ ਹੈ ਕਿ ਰਾਜਸੀ ਧਿਰਾਂ 'ਚ ਵਖਰੇਵੇਂ ਹੋ ਸਕਦੇ ਹੈ, ਪਰ ਇਸ ਮੁਲਕ ਦੇ ਅੰਦਰ ਇੱਕ ਜਮਹੂਰੀਅਤ ਹੈ, ਨਿਆਂ ਪ੍ਰਣਾਲੀ ਹੈ। ਜੇ ਪੀੜਤ ਪਰਿਵਾਰਾਂ ਨੂੰ ਨਿਆਂ ਨਹੀਂ ਮਿਲੇਗਾ ਤਾਂ ਸਮੁੱਚੇ ਸਿਸਟਮ ਨੂੰ ਇੱਕ ਬਹੁਤ ਵੱਡੀ ਠੇਸ ਲੱਗੇਗੀ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।